सब थाई होए सहाय, सब थाई होए सहाय। तेग बहादुर सिमरिया करनो नित आवे ताय। तेग बहादुर सिमरिया करनो नित आवे ताय। 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 तेग बहादुर सिमरिया करनो नित आवे ताय। तेग बहादुर सिमरिया करनो नित आवे ताय। करनो नित आवे ताय। करनो नित आवे ताय। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰਸ਼ਾਹ ਪਾਤਸ਼ਾਹੋ ਨੇਚਲ ਚੌਰ ਛੱਤ। थोड़ी बड़ी वड्डा पार तेरा मर्तबा रंग टंग नेक न जपन करतबा। जिया अंदर जे सब जाला सब कुछ तेरा वस तेरा करपला। तेरा करन नंद विदाई तुद कर मान महता तेज अपना आप जर। सर्प कला भरपूर दिशा चट कथा नानक दासन दास तुद आज्ञा बिन बता। ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਨੇਕ ਨਾ ਜਪਨ ਕਰਤਬਾ। ਜੀਆਂ ਅੰਦਰ ਜੀਓ ਸਭ ਕੇ ਜਾਨ ਲਾ ਸਭ ਕੇ ਤੇਰੇ ਵਸ ਤੇਰਾ ਕਰਪਲਾ। ਤੇਰੇ ਕਰ ਆਨੰਦ ਵਿਦਾਈ ਤੁਧ ਕਰ ਮਾਨ ਮੱਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦੀ ਸਹਿਜਤ ਕਤਾ ਨਾਨਕ ਦਾਸਨ ਦਾ ਤੁਧ ਆਗੇ ਬਿਨ ਵਤਾ। श्लोक पवन गुरु पाणी पिता माता तरत महत दिवस रात दय दाय दाया। खिलै सगल जगत चंगियाइयां बुरियाइयां वाचे त्रिमधूर। करनी आपो अपनी की निड़ै के दूर। जिनी नाम ते आया गए मुसकित काल। नानक ते मुख उजले केती छुटे नाल। वाहेगुरु जी का खालसा वाहेगुरु जी की फतेह। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨੁ ਮਰੋ ਅੰਗਦ ਗੁਰ ਅਮਰਦਾਸ ਹਿਰਦੈ ਧਿਆਵੋ ਹਿਰਦੈ
ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਪਰ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਵਾਹਿਗੁਰੂ ਸ਼੍ਰੀ ਗੁਰੂ ਗੋਬਿੰਦ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੋਟਕ ਛੰਦ ਜੈ ਨਾਮ ਮੁਨਾਫਿਕ ਦੇਸ਼ ਆਏ ਹਰ ਨਾਮ ਬਿਹੀਨ ਅਧੀਨ ਰਹੇ ਸਤ ਸੰਗਤ ਰੀਤ ਨ ਕਾਨ ਸੁਨੀ ਸਭ ਮੂਰਖ ਮਾਨਵ ਕੋ ਨਾ ਗੁਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साथी और नवाजी हुई गुरु का खास रूप गुरु खालसा साध संगत जियो तंता दे पात्र हो जगत गुरु श्री गुरु ग्रंथ साहिब जी महाराज जी की पवित्र हजूरी च साहिब नौवें पातशाह दे पावन पवित्र सचखंड दरबार विच इकत्र हो के पहले पातशाह आदि गुरु श्री गुरु नानक देव साहब जी की जन्म साखी सतगुरां की जन्म साखी की चल रही लड़ीवार कथा बहुत ही अदब सत्कार शरदा सहित आप जी सरवण कर रहे हैं। गरीबन बाज सतगुरु अनेकां थावां दा भरमण कर रहे हैं अनेकां देशां दा रटन कर रहे हैं। ਉਹ ਥਾਵਾਂ ਤੇ ਜਿੱਥੇ ਲੋਕਾਂ ਨੂੰ ਪਰਮੇਸ਼ਰ ਬਾਰੇ ਨਹੀਂ ਪਤਾ ਜਿੱਥੇ ਲੋਕ ਨਿਰੰਕਾਰ ਪਰਮੇਸ਼ਰ ਦੀ ਭਗਤੀ ਤੋਂ ਵਿਹੂਣੇ ਸਖਣੇ ਨੇ ਉਹਨਾਂ ਪਾਸ ਜਾ ਕੇ ਪਰਮੇਸ਼ਰ ਦੀ ਬੰਦਗੀ ਨੂੰ ਅਕਾਲ ਪੁਰਖ ਦੀ ਇਬਾਦਤ ਨੂੰ ਪ੍ਰਗਟ ਕਰ ਰਹੇ ਨੇ। ਅਨੇਕਾਂ ਦੀਆਂ ਕਾਮਨਾਵਾਂ ਭਾਵਨਾਵਾਂ ਪੂਰਨ ਕਰ ਰਹੇ ਨੇ। ਸਤਿਗੁਰੂ ਜੀ
ਇੱਛਾਵਾਂ ਨੂੰ ਪੂਰਨ ਕਰਨ ਵਾਲੇ ਇੱਛਾ ਪੂਰਕ ਸਤਿਗੁਰੂ ਨੇ। ਕੱਲ ਦੀ ਕਥਾ ਵਿੱਚ ਤੁਸੀਂ ਇਹੀ ਸਰਵਣ ਕੀਤਾ ਹੈ। ਇੱਕ ਨਗਰ ਵਿੱਚ ਆਏ ਨੇ, ਉਹਨਾਂ ਨਗਰ ਦੇ ਨਿਵਾਸੀਆਂ ਨੇ ਜੋ ਜੋ ਆ ਕੇ ਕਾਮਨਾ ਕੀਤੀ, ਸਤਿਗੁਰੂ ਜੀ ਨੇ ਸਭ ਦੀਆਂ ਝੋਲੀਆਂ ਭਰੀਆਂ। ਨਾਮ ਭਗਤੀ ਦਾ ਉਪਦੇਸ਼ ਦੇ ਕੇ ਤਿੰਨਾਂ ਦੇ ਹਿਰਦਿਆਂ 'ਚ ਅਕਾਲ ਪੁਰਖ ਦਾ ਨਾਮ ਦ੍ਰਿੜ ਕਰਵਾਇਆ। ਉੱਥੋਂ ਚੱਲ ਕੇ ਸਤਿਗੁਰੂ ਜੀ ਇੱਕ ਦੇਸ਼ ਵਿੱਚ ਆ ਰਹੇ ਨੇ, ਜਿਸ ਦੇਸ਼ ਦਾ ਨਾਮ ਹੈ ਮੁਨਾਫਿਕ। ਮੁਨਾਫਿਕ ਦੇਸ਼ ਆਪਾਂ ਇਦਾਂ ਕਹਿ ਸਕਦੇ ਹਾਂ ਵੀ ਜਿੱਥੇ ਉਹ ਲੋਕ ਰਹਿੰਦੇ ਨੇ ਜਿਹੜੇ ਪਰਮੇਸ਼ਰ ਤੋਂ ਮੁਨਕਰ ਸੀ। ਤਦੇ ਉਸ ਦੇਸ਼ ਦਾ ਨਾਮ ਮੁਨਾਫਿਕ ਹੈ, ਵੀ ਜਿਨ੍ਹਾਂ ਨੂੰ ਰੱਬ ਬਾਰੇ ਪਰਮੇਸ਼ਰ ਬਾਰੇ ਕੁਝ ਨਹੀਂ ਪਤਾ। ਉੱਥੇ ਵੀ ਸਤਿਗੁਰਾਂ ਨੇ ਕਰਤਾਰ ਦੀ ਭਗਤੀ ਦ੍ਰਿੜ ਕਰਵਾਈ ਹੈ। ਗੁਰੂ ਚਰਨਾਂ 'ਚ ਅਰਦਾਸ ਕਰੀਏ, ਸਤਿਗੁਰੂ ਕਿਰਪਾ ਕਰੋ ਸਾਡੇ ਹਿਰਦੇ ਵੀ ਪਰਮੇਸ਼ਰ ਦੀ ਭਗਤੀ ਤੋਂ ਵਿਹੂਣੇ ਸਖਣੇ ਨੇ। ਹੇ ਗੁਰੂ ਨਾਨਕ ਸਾਹਿਬ, ਜਿਵੇਂ ਮੁਨਾਫਿਕ ਦੇਸ਼ ਦੇ ਲੋਕਾਂ ਦੇ ਦਿਲਾਂ ਵਿੱਚ ਤੁਸੀਂ ਪਰਮੇਸ਼ਰ ਦੀ ਭਗਤੀ ਨੂੰ ਜਗਾਇਆ ਹੈ, ਸਾਡੇ ਹਿਰਦਿਆਂ ਵਿੱਚ ਵੀ ਕਿਰਪਾ ਕਰਕੇ ਜਗਾਓ। ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਇਕੱਤਰਤਾ ਤਦੇ ਸਫਲੀ ਹੈ ਜੇ ਨਾਲ ਸੁਰਤ ਇਕਾਗਰ ਹੋਵੇ। ਇਕਾਗਰਤਾ ਬਣਾਉਣ ਨਿਮਿਤ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਟਕ ਛੰਦ ਜੈ ਨਾਮ ਮੁਨਾਫਿਕ ਦੇਸ਼ ਆਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਚੱਲ ਕੇ ਉਸ ਦੇਸ਼ ਵਿੱਚ ਆਏ ਨੇ ਜਿਸ ਦੇਸ਼ ਦਾ ਨਾਮ ਹੈ ਮੁਨਾਫਿਕ ਦੇਸ਼। ਹਰ ਨਾਮ ਬਹੀਨ ਅਧੀਨ ਰਹੇ। ਇਹ ਮੁਨਾਫਿਕ ਦੇਸ਼ ਇਸ ਕਰਕੇ ਮੁਨਾਫਿਕ ਹੈ ਕਿਉਂਕਿ ਇੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਨਾਮ ਵਿਹੂਣੇ ਨੇ। ਉਹ ਨਾਮ ਨਹੀਂ ਜਪਦੇ, ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ, ਅਕਾਲ ਪੁਰਖ ਪਰਮੇਸ਼ਰ ਤੋਂ ਮੁਨਕਰ ਹਨ। ਸਤ ਸੰਗਤ ਰੀਤ ਨ ਕਾਨ ਸੁਣੀ। ਨਾ ਹੀ ਉਹਨਾਂ ਨੇ ਕਦੇ ਸੰਗਤ ਬਾਰੇ ਸੁਣਿਆ ਸੀ ਵੀ ਸਤ ਸੰਗ ਕੀ ਹੁੰਦਾ, ਇਹਦੇ ਬਾਰੇ ਨਹੀਂ ਸੀ ਪਤਾ ਉਹਨਾਂ ਨੂੰ। ਨਾ ਉਹ ਪਰਮੇਸ਼ਰ ਦੇ ਨਾਮ ਬਾਰੇ ਜਾਣਦੇ ਸੀ, ਨਾ ਉਹ ਸਤ ਸੰਗ ਬਾਰੇ ਜਾਣਦੇ ਸੀ ਵੀ ਸਤ ਸੰਗ ਕੀ ਹੁੰਦਾ, ਸਤ ਸੰਗਤ ਕਿਸ ਨੂੰ ਕਹਿੰਦੇ ਨੇ। ਮਾਫ ਕਰਨਾ, ਅੱਜ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸਤਸੰਗ ਬਾਰੇ ਨਹੀਂ ਪਤਾ ਵੀ ਸਤਸੰਗ ਕੀ ਹੁੰਦਾ। ਸਤਸੰਗ ਉਹ ਨਹੀਂ ਹੁੰਦਾ ਜਿਹੜਾ ਆਮ ਕਰਕੇ ਸਤਸੰਗ ਦੇ ਨਾਂ ਤੇ ਪਰੋਸਿਆ ਜਾਂਦਾ ਨਾ ਲੋਕਾਂ 'ਚ। ਜੇ ਅਸੀਂ ਸਤਸੰਗ ਕਰਾ ਰਹੇ ਹਾਂ, ਉਸ ਸਤਸੰਗ ਦੇ ਵਿੱਚ ਕੀ ਕਰਦੇ ਆ? ਕੋਈ ਨੱਚਦਾ, ਕੋਈ ਟੱਪਦਾ, ਕੋਈ ਗਾਣੇ ਗਾਉਂਦਾ। ਸਤਸੰਗ ਦਾ ਮਤਲਬ ਹੈ ਜਿੱਥੇ ਸਤ ਦੀ ਗੱਲ ਹੁੰਦੀ ਹੈ ਵੀ ਸਤ ਕੀ ਹੈ। ਸਤ ਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਬਖਾਣੀਐ। ਜਿੱਥੇ ਇੱਕ ਪਰਮੇਸ਼ਰ ਦੇ ਨਾਮ ਦੇ ਘਰ ਦੀ ਗੱਲ ਹੋਵੇ ਉਹਨੂੰ ਸਤਸੰਗ ਕਹਿੰਦੇ ਹਨ, ਸਤ ਸੰਗਤ। ਹੁਣ ਇਹਨਾਂ ਨੂੰ ਨਹੀਂ ਸੀ ਪਤਾ ਵੀ ਸਤਸੰਗ, ਇਹ ਤਾਂ ਕਦੇ ਸੁਣਿਆ ਵੀ ਨਹੀਂ ਸੀ ਇਹਨਾਂ ਨੇ ਸਤਸੰਗ ਕੀ ਹੁੰਦਾ। ਨਾ ਇਹ ਨਾਮ ਜਪਦੇ ਸੀ, ਪਰਮੇਸ਼ਰ ਬਾਰੇ ਨਹੀਂ ਸੀ ਜਾਣਦੇ ਤੇ ਨਾਮ ਕੀ ਜਪਣਾ ਸੀ ਇਹਨਾਂ ਨੇ। ਤੋ ਅਕਾਲ ਪੁਰਖ ਪਰਮੇਸ਼ਰ ਦੀ ਹੋਂਦ ਤੋਂ ਵੀ ਇਹ ਮੁਨਕਰ ਸੀ, ਪਤਾ ਹੀ ਨਹੀਂ ਸੀ ਇਹਨਾਂ ਨੂੰ ਵੀ ਕੋਈ ਰੱਬ ਹੁੰਦਾ, ਪਰਮੇਸ਼ਰ ਹੁੰਦਾ, ਕਰਤਾਰ ਹੁੰਦਾ। ਨਾ ਇਹਨਾਂ ਨੇ ਕਦੇ ਸਤਸੰਗ ਸੁਣਿਆ ਸੀ। ਸਭ ਮੂਰਖ ਮਾਨਵ ਕੋ ਨ ਗੁਨੀ। ਇੱਥੇ ਉਹ ਲੋਕ ਰਹਿੰਦੇ ਨੇ ਜਿਹਨਾਂ ਨੇ ਮੂੰਹ ਮੂਹਰੇ ਰੱਖਿਆ ਹੋਇਆ, ਮੂਰਖ ਲੋਕ। ਕਿਸੇ 'ਚ ਕੋਈ ਗੁਣ ਨਹੀਂ ਸੀ, ਗੁਣਾਂ ਤੋਂ ਵਿਹੂਣੇ, ਮੂਰਖਤਾ ਦੇ ਲੱਛਣਾਂ ਨਾਲ ਭਰੇ ਹੋਏ ਸਨ। ਕਰਤਾਰ ਨ ਜਾਣੇ ਕੌਣ ਕਹਾਂ। ਨਾ ਇਹ ਕਰਤਾਰ ਬਾਰੇ ਜਾਣਦੇ ਸੀ ਵੀ ਕਰਤਾਰ ਕੌਣ ਹੈ ਤੇ ਕਿੱਥੇ ਰਹਿੰਦਾ, ਕੀ ਉਹਦਾ ਕਰਮ ਹੈ। ਕਰਤਾਰ ਬਾਰੇ ਨਹੀਂ ਸੀ ਜਾਣਦੇ।
ਨਾ ਕਰਤਾਰ ਦੇ ਨਾਮ ਬਾਰੇ ਜਾਣਦੇ ਨੇ, ਨਾ ਇਹ ਜਾਣਦੇ ਨੇ ਵੀ ਕਰਤਾਰ ਕੀ ਕਰਦਾ ਹੈ, ਉਹ ਰਹਿੰਦਾ ਕਿੱਥੇ ਹੈ, ਕੁਝ ਨਹੀਂ ਸਨ ਜਾਣਦੇ। ਕਰ ਕਾਜ ਰਚੇ ਤਮ ਮੋਹ ਮਹਾ, ਬਸ ਆਪਣਿਆਂ ਘਰਾਂ ਦੇ ਕੰਮਾਂ ਕਾਰਾਂ 'ਚ ਰਚੇ ਹੋਏ ਔਰ ਉਸੇ ਤਮ ਤੇ ਮੋਹ ਦੇ ਹਨੇਰੇ ਵਿੱਚ ਹੀ ਰਹਿੰਦੇ ਸੀ। ਉਸ ਤੋਂ ਇਲਾਵਾ ਇਹਨਾਂ ਨੂੰ ਨਹੀਂ ਪਤਾ ਰੱਬ ਕੀ ਹੈ, ਧਰਮ ਕੀ ਹੈ, ਸਬਰ ਕੀ ਹੁੰਦਾ, ਸੰਤੋਖ ਕੀ ਹੁੰਦਾ, ਪਰਮੇਸ਼ਰ ਦਾ ਨਾਮ ਕੀ ਹੁੰਦਾ, ਸਤ ਸੰਗਤ ਕੀ ਹੁੰਦੀ ਹੈ, ਸੰਤ ਕੌਣ ਹੁੰਦੇ ਆ, ਕੁਝ ਨਹੀਂ ਸੀ ਪਤਾ ਇਹਨਾਂ ਨੂੰ। ਬਸ ਇੱਕੋ ਕੰਮ ਆਉਂਦਾ ਸੀ, ਘਰ ਦਾ ਕੰਮ ਕਰਨਾ, ਖੇਤੀ ਕਰਨੀ, ਟੱਬਰ ਪਾਲਣੇ, ਜਿਵੇਂ ਜਾਨਵਰਾਂ ਦੀ ਜ਼ਿੰਦਗੀ ਹੁੰਦੀ ਹੈ, ਪਸ਼ੂਆਂ ਦੀ, ਵੀ ਬੱਚੇ ਪੈਦਾ ਕੀਤੇ, ਉਹਨਾਂ ਨੂੰ ਪਾਲਿਆ, ਖਾਧਾ, ਸੌਂ ਗਏ, ਬਸ ਇਦਾਂ ਦੀ ਜ਼ਿੰਦਗੀ ਸੀ ਇਹਨਾਂ ਦੀ। ਪਰਮੇਸ਼ਰ ਬਾਰੇ, ਕਰਤਾਰ ਬਾਰੇ ਕੁਝ ਨਹੀਂ ਸਨ ਜਾਣਦੇ। ਭਗਤੀ ਬਿਨ ਭੂਲ ਪੁਆਰ ਪਰੇ, ਭਗਤੀ ਤੋਂ ਵਿਹੂਣੇ ਆਪਣੇ ਦੇਸ਼ ਦੇ ਰਾਜੇ ਨੂੰ ਹੀ ਸਭ ਕੁਝ ਸਮਝਦੇ ਸੀ। ਇਹਨਾਂ ਦਾ ਜਿਹੜਾ ਰਾਜਾ ਸੀ ਨਾ, ਉਹਨੂੰ ਹੀ ਰੱਬ ਮੰਨੀ ਬੈਠ, ਉਹਦੇ ਤੋਂ ਬਿਨਾਂ ਦੂਜਾ ਰੱਬ ਇਹਨਾਂ ਨੂੰ ਨਹੀਂ ਸੀ ਪਤਾ ਵੀ ਕੋਈ ਦੂਜਾ ਵੀ ਹੁੰਦਾ। ਰਾਜੇ ਨੂੰ ਹੀ ਰੱਬ ਮੰਨੀ ਬੈਠੇ ਸੀ ਵੀ ਇਹੀ ਹੈ ਸਭ ਕੁਝ ਸਾਡਾ। ਰੱਬ ਤਾਂ ਨਹੀਂ ਸੀ ਕਹਿੰਦੇ ਉਹਨੂੰ, ਬਸ ਇਹ ਕਹਿੰਦੇ ਸੀ ਇਹੀ ਹੈ ਸਭ ਕੁਝ ਸਾਡਾ। ਤੋ ਆਪਣੇ ਰਾਜੇ ਦੀ ਪੂਜਾ ਕਰਦੇ ਸਨ। ਨਰ ਮੂਰਖ ਚੀਨ ਨਾ ਨਾਮ ਹਰੇ, ਇਹ ਮੂਰਖ ਲੋਕ ਹਰੀ ਪਰਮੇਸ਼ਰ ਦੇ ਨਾਮ ਨੂੰ ਨਹੀਂ ਸਨ ਜਾਣਦੇ, ਨਹੀਂ ਸਨ ਜਾਣਦੇ ਪਰਮੇਸ਼ਰ ਦੇ ਨਾਮ ਦੀ ਬਰਕਤ ਕੀ ਹੈ। ਕਰੁਣਾ ਕਰ ਹੇਰ ਪਈ ਕਰੁਣਾ, ਗੁਰੂ ਸਾਹਿਬ ਜੀ ਨੇ ਜਦੋਂ ਇਸ ਦੇਸ਼ ਵਿੱਚ ਚਰਨ ਪਾਏ ਤੇ ਕਰੁਣਾ ਦੇ ਸਮੁੰਦਰ ਸਤਿਗੁਰਾਂ ਨੂੰ ਇਹਨਾਂ ਤੇ ਵੇਖ ਕੇ ਕਰੁਣਾ ਆ ਗਈ। ਇਦਾਂ ਦੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਪਰਮੇਸ਼ਰ ਬਾਰੇ, ਉਹਨਾਂ ਤੇ ਗੁੱਸਾ ਕੀ ਕਰਨਾ ਸੀ ਵੀ ਰੱਬ ਨਹੀਂ ਕਰ, ਭਜਨ ਨਹੀਂ ਕਰਦੇ, ਜਾਣਦੇ ਹੀ ਨਹੀਂ ਸਨ। ਕਦੇ ਸਤ ਸੰਗਤ ਬਾਰੇ ਨਹੀਂ ਸੀ ਸੁਣਿਆ ਉਹਨਾਂ ਨੇ, ਕਦੇ ਹਰੀ ਦੀ ਕੀਰਤੀ ਬਾਰੇ ਨਹੀਂ ਸੀ ਸੁਣਿਆ, ਨਾਮ ਨਹੀਂ ਸੀ ਸੁਣਿਆ ਪਰਮੇਸ਼ਰ ਦਾ, ਨਾ ਜਪਿਆ ਸੀ। ਗੱਲ ਕੀ ਵੀ ਪਤਾ ਹੀ ਨਹੀਂ ਸੀ ਇਹਨਾਂ ਨੂੰ ਧਰਮ ਕੀ ਹੁੰਦਾ, ਪਰਮੇਸ਼ਰ ਕੀ ਹੈ। ਗੁਰੂ ਸਾਹਿਬ ਜਦੋਂ ਇੱਥੇ ਆਏ ਤੇ ਮਹਾਰਾਜ ਜੀ ਦੇ ਮਨ 'ਚ ਇਹਨਾਂ ਤੇ ਕਰੁਣਾ ਆ ਗਈ। ਦਿਆਲੂ ਨੇ ਸਤਿਗੁਰੂ ਜੀ, ਕਿਸੇ ਨਿਮਾਣੇ ਨਤਾਣੇ ਦੀਨ ਤੇ ਦੁਖੀ ਨੂੰ ਵੇਖਦੇ ਨੇ ਤੇ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਜਾਂਦੇ ਹੈ। ਇਹਨਾਂ ਤੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਮਨ ਵਿੱਚ ਕਰੁਣਾ ਤੇ ਕਿਰਪਾ ਆ ਗਈ। ਇਸ ਦੇਸ਼ ਨਾ ਕੀਰਤ ਆਚਰਨਾ, ਮਹਾਰਾਜ ਜੀ ਨੇ ਵੇਖਿਆ ਕਿ ਇਸ ਦੇਸ਼ ਦੇ ਲੋਕ ਨਾ ਹੀ ਪਰਮੇਸ਼ਰ ਦੀ ਕੀਰਤੀ ਕਰਦੇ ਨੇ, ਨਾ ਹੀ ਕੀਰਤੀ ਕਰਨ ਦਾ ਇਹਨਾਂ ਦਾ ਆਚਰਣ ਹੈ। ਇਹ ਜਾਣਦੇ ਹੀ ਨਹੀਂ ਕੀਰਤੀ ਨੂੰ, ਨਾ ਪਰਮੇਸ਼ਰ ਨੂੰ ਜਾਣਨ, ਨਾ ਉਹਦੀ ਕੀਰਤੀ ਨੂੰ ਜਾਣਨ। ਪਰ ਲੋਕੇ ਕੀ ਸੁਧ ਏਕ ਨਹੀਂ, ਔਰ ਨਾ ਇਹਨਾਂ ਨੂੰ ਪਰਲੋਕ ਦਾ ਪਤਾ ਵੀ ਪਰਲੋਕ ਵੀ ਹੁੰਦਾ। ਇਹਨਾਂ ਨੂੰ ਤਾਂ ਬਸ ਆ ਜਿੱਥੇ ਰਹਿੰਦੇ ਨੇ ਇਹੀ ਇਹਨਾਂ ਵਾਸਤੇ ਸਭ ਕੁਝ ਹੈ। ਜਿਵੇਂ ਕਿਸੇ ਜਾਨਵਰ ਨੂੰ ਨਹੀਂ ਨਾ ਪਤਾ ਹੁੰਦਾ ਵੀ ਅੱਗੇ ਪਰਲੋਕ ਹੁੰਦਾ ਕਿ ਨਹੀਂ ਹੁੰਦਾ। ਇੱਕ ਪਸ਼ੂ ਵਾਸਤੇ ਤਾਂ ਜਿਹੜੇ ਕਿੱਲੇ ਤੇ ਬੱਧਾ, ਉਹਦੇ ਵਾਸਤੇ ਉਹੀ ਦੁਨੀਆ ਸਾਰੀ ਉਹਦੀ। ਉੱਥੇ ਉਹ ਜੋ ਉਹਨੂੰ ਮਿਲ ਗਿਆ ਉਹਨੇ ਖਾ ਲਿਆ, ਪੱਖ ਲਿਆ। ਉਦਾਂ ਦੀ ਜ਼ਿੰਦਗੀ ਸੀ ਇਹਨਾਂ ਦੀ। ਪਰਲੋਕ ਦੀ ਕੋਈ ਸੋਝੀ ਨਹੀਂ ਸੀ ਇਹਨਾਂ ਨੂੰ, ਪਰਲੋਕ ਦਾ ਕੋਈ ਗਿਆਨ ਨਹੀਂ ਸੀ। ਸਭ ਨਾਰਕ ਜਾਵੇਂ ਦੁੱਖ ਸਹੀ, ਮਹਾਰਾਜ ਜੀ ਨੇ ਵੇਖਿਆ ਜੇ ਇਦਾਂ ਦੇ ਕਰਮਾਂ 'ਚ ਇਹ ਪ੍ਰਵਿਰਤ ਰਹੇ ਤੇ ਵਿਚਾਰੇ ਨਰਕਾਂ 'ਚ ਜਾ ਕੇ ਦੁੱਖ ਸਹਿਣਗੇ। ਇਹ ਤਾਂ ਨਰਕਾਂ ਦੀ ਅਗਨੀ ਦੇ ਵਿੱਚ, ਨਰਕਾਗਨੀ ਦੇ ਵਿੱਚ ਸੜਨਗੇ, ਭੁੱਜਣਗੇ। ਗੁਰੂ ਸਾਹਿਬ ਦੇ ਮਨ 'ਚ ਤਰਸ ਆ ਗਿਆ ਇਹਨਾਂ ਤੇ, ਇਹਨਾਂ ਨੂੰ ਨਰਕਾਂ 'ਚ ਨਾ ਪੈਣ ਦਈਏ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਨਾਂ ਆ ਨਾ, ਨਾਨਕ, ਨਾਨਕ, ਜਿਨ੍ਹਾਂ ਦਾ ਨਾਂ ਲਿਆ ਜੀਵਨ ਨਰਕਾਂ 'ਚ ਨਹੀਂ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਦੇ ਨਾਂ ਦੇ ਅਰਥ ਵੀ ਇਹ ਨੇ। ਨਾਨਕ, ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਂ ਲੈਂਦਾ ਰਸਨਾ ਤੋਂ ਕਹਿੰਦਾ ਧੰਨ ਗੁਰੂ ਨਾਨਕ, ਉਹ ਨਰਕਾਂ 'ਚ ਨਹੀਂ ਜਾਂਦਾ, ਉਹ ਨਰਕਾਂ 'ਚ ਨਹੀਂ ਪੈਂਦਾ। ਮਹਾਰਾਜ ਜੀ ਨੇ ਵੇਖਿਆ ਕਿ ਇਹ ਤਾਂ ਵਿਚਾਰੇ ਲੋਕ ਨਰਕਾਂ 'ਚ ਜਾਣਗੇ ਜੇ ਰੱਬ ਰੱਬ ਨਾ ਕਰਨਗੇ। ਅਸੀਂ ਆਏ ਆ ਇੱਥੇ ਤੇ ਸਾਡੇ ਆਉਂਦਿਆਂ ਇਹ ਜੀਵ ਨਰਕਾਂ 'ਚ ਜਾਣ ਤਾਂ ਵੀ ਯੋਗ ਨਹੀਂ। ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਨਰਕਾਂ ਦੀ ਅੱਗ ਦੇ ਵਿੱਚ ਨਾ ਸੜਨਾ ਪਵੇ,
ਇਸ ਕਰਕੇ ਗੁਰਦੇਵ ਇਹਨਾਂ ਤੇ ਪਰਉਪਕਾਰ ਕਰਨਾ ਚਾਹੁੰਦੇ ਹਨ। ਇਕ ਏਕ ਕਿਦਾਰ ਉਦਾਰ ਤਹਾਂ। ਸਤਿਗੁਰੂ ਜੀ ਨਗਰ ਦੇ ਦੇਸ਼ ਦੇ ਬਾਹਰ ਆ ਕੇ ਬੈਠੇ ਨੇ। ਇੱਕ ਸੁੰਦਰ ਕਿਦਾਰ, ਕਿਦਾਰ ਕਹਿੰਦੇ ਨੇ ਖੇਤ ਨੂੰ। ਇੱਕ ਖੇਤ ਸੀ, ਉਸ ਖੇਤ ਦੇ ਵਿੱਚ ਸਤਿਗੁਰੂ ਜੀ ਆ ਕੇ ਬੈਠ ਗਏ। ਗੁਰ ਬੈਠ ਗਏ ਤਟ ਤਾਈ ਜਹਾਂ। ਮਹਾਰਾਜ ਜੀ ਖੇਤ ਦਾ ਕਿਨਾਰਾ ਸੀ, ਉੱਥੇ ਕੋਈ ਜਗ੍ਹਾ ਸੀ ਬਣੀ ਹੋਈ ਸੁੰਦਰ। ਪਾਤਸ਼ਾਹ ਜੀ ਉੱਥੇ ਆਣ ਕੇ ਪਦਮ ਆਸਣ ਲਾ ਕੇ ਬੈਠ ਗਏ। ਇਕੱਠਾ ਕਰ ਈਂਧਨ ਧੂਮ ਕੀਓ। ਮਹਾਰਾਜ ਜੀ ਨੇ ਮੌਸਮ ਕੁਝ ਐਸਾ ਸੀ ਕਿ ਲੱਕੜੀਆਂ ਇਕੱਠੀਆਂ ਕਰਕੇ ਉੱਥੇ ਅਗਨੀ ਬਾਲ ਲਈ। ਦਰਵੇਸ਼ ਸੁਬੇਸ਼ ਸਰੀਰ ਲਿਓ। ਤੇ ਅਕਸਰ ਮਹਾਂਪੁਰਸ਼ ਰਿਸ਼ੀ ਮੁਨੀ ਜਦੋਂ ਕਿਤੇ ਜਾਂਦੇ ਆਪਣੇ ਕੋਲ ਅੱਗ ਦਾ ਧੂਣਾ ਬਾਲ ਲੈਂਦੇ ਸੀ। ਉਹਦਾ ਕਾਰਨ ਹੁੰਦਾ ਸੀ ਕਿ ਜੇ ਸਰਦੀ ਦਾ ਮੌਸਮ ਹੋਣਾ ਤਾਂ ਉਹਦੇ ਤੋਂ ਸੇਕ ਮਿਲ ਜਾਣਾ, ਜਾਂ ਕੋਈ ਵਸਤੂ ਬਣਾਉਣੀ ਕੱਚਾ ਸਿੱਧਾ ਕੋਈ ਦੇ ਦਿੰਦਾ ਤੇ ਉਸੇ ਧੂਣੇ ਤੇ ਬਣਾ ਲੈਂਦੇ ਸੀ। ਮਹਾਰਾਜ ਜੀ ਨੂੰ ਅੱਗ ਦਾ ਧੂਣਾ ਆਪਣੇ ਸਾਹਮਣੇ, ਜੰਗਲ ਦਾ ਇਲਾਕਾ ਸੀ, ਖੇਤ ਸੀ, ਕੁਝ ਲੱਕੜੀਆਂ ਇਕੱਠੀਆਂ ਕਰਕੇ ਅਗਨੀ ਬਾਲ ਲਈ ਔਰ ਪਾਤਸ਼ਾਹ ਬੈਠ ਗਏ। ਦਰਵੇਸ਼ਾਂ ਵਾਲਾ ਸਵਰੂਪ ਹੈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ। ਤਿਸ ਦੇਸ਼ ਕੁਰੀਤ ਹੋਤੀ ਜੋ ਸੁਨੋ। ਉਸ ਦੇਸ਼ ਦੀਆਂ ਜਿਹੜੀਆਂ ਕੁਰੀਤੀਆਂ ਸੀ ਉਹ ਸੁਣੋ। ਵੀ ਉਹ ਦੇਸ਼ ਦੇ ਲੋਕ ਜਿਹੜੇ ਕੁਰੀਤੀ ਕਰਦੇ ਸੀ, ਮਾੜਾ ਕੰਮ। ਕੁਰੀਤੀ ਕਹਿੰਦੇ ਵੀ ਜਿਹੜੀ ਮਾੜੀ ਰੀਤ ਚੱਲਦੀ ਹੋਵੇ ਉਹਨੂੰ ਕੁਰੀਤੀ, ਕੂ ਨਾਮ ਹੁੰਦਾ ਮਾੜੀ ਦਾ। ਵੀ ਜਿੱਥੇ ਕੋਈ ਮਾੜੀ ਰੀਤੀ ਚੱਲਦੀ ਸੀ ਉਹਨੂੰ ਕੁਰੀਤੀ ਕਹਿੰਦੇ ਆ। ਉਹ ਕੁਰੀਤੀ ਇਸ ਦੇਸ਼ ਵਿੱਚ ਜਿਹੜੀ ਚੱਲਦੀ ਸੀ, ਹੁਣ ਉਹ ਸੁਣੋ। ਚਿਤ ਪਾਲਕ ਪੂਜੇ RAM ਮਨੋ। ਕੁਰੀਤੀ ਇਹ ਚੱਲਦੀ ਸੀ ਕਿ ਜਿਹੜੇ ਇਸ ਦੇਸ਼ ਦੇ ਲੋਕ ਸੀ ਇਹ ਆਪਣੇ ਰਾਜੇ ਨੂੰ ਹੀ ਰਾਮ ਸਮਝ ਕੇ ਪੂਜਦੇ ਸੀ ਵੀ ਇਹੀ ਸਾਡਾ ਰੱਬ ਹੈ। ਪਰਮੇਸ਼ਰ ਦੀ ਕਿਸੇ ਵੱਖਰੀ ਹੋਂਦ ਨੂੰ ਨਹੀਂ ਸਨ ਜਾਣਦੇ। ਆਪਣੇ ਰਾਜੇ ਨੂੰ ਹੀ ਰੱਬ ਸਮਝ ਕੇ ਉਹਦੀ ਪੂਜਾ ਕਰਦੇ ਸਨ। ਬਰਖਾ ਜਬ ਚਾਏ ਖੇਤ ਹਿਤੰ। ਜਦੋਂ ਇਹਨਾਂ ਨੂੰ ਖੇਤਾਂ ਵਿੱਚ ਮੀਂਹ ਦੀ ਲੋੜ ਪੈਂਦੀ ਸੀ ਵੀ ਬੱਦਲ ਪਵੇ, ਮੀਂਹ ਪਵੇ, ਸਭ ਜਾਚੇ ਜਾਏ ਜਹਾਂ ਨ੍ਰਿਪਤੰ। ਇਹ ਇਕੱਠੇ ਹੋ ਕੇ ਸਾਰੇ ਲੋਕ ਆਪਣੇ ਰਾਜੇ ਕੋਲ ਜਾਂਦੇ ਸੀ। ਰਾਜੇ ਨੂੰ ਜਾ ਕੇ ਕਹਿੰਦੇ ਸੀ ਵੀ ਰਾਜਾ ਸਾਡੇ ਮੀਂਹ ਪਾਓ। ਜਦੋਂ ਕਿਤੇ ਲੋੜ ਪੈਣੀ ਮੀਂਹ ਦੀ, ਇਹਨਾਂ ਨੇ ਰਾਜੇ ਕੋਲ ਜਾਣਾ, ਰਾਜੇ ਨੂੰ ਕਹਿਣਾ ਵੀ ਮੀਂਹ ਪਾ ਦੇ। ਮੁਖ ਜਾਪ ਸੁਰੇਸ਼ ਨਰੇਸ਼ ਕਰੇ। ਰਾਜੇ ਨੇ ਕੋਈ ਮੰਤਰ ਸਿੱਧ ਕੀਤਾ ਹੋਇਆ ਸੀ। ਉਹ ਇੰਦਰ ਜਿਹੜਾ ਮੀਂਹ ਦਾ ਦੇਵਤਾ ਮੰਨਿਆ ਜਾਂਦਾ, ਇਹਨੇ ਉਹਦਾ ਜਾਪ ਕੀਤਾ ਹੋਇਆ ਸੀ। ਇਹਨੇ ਉਹਦਾ ਜਾਪ ਜਪਣਾ, ਮੰਤਰ ਪੜ੍ਹਨਾ ਤੇ ਉਸੇ ਵੇਲੇ ਮੀਂਹ ਪਾ ਦੇਣਾ। ਲੋਕਾਂ ਨੇ ਕਹਿਣਾ ਬਸ ਇਹੀ ਰੱਬ ਹੈ, ਹੋਰ ਕੋਈ ਵੱਖਰਾ ਰੱਬ ਹੋ ਜਾਣਦੇ ਹੀ ਨਹੀਂ ਸੀ ਕਿਸੇ ਬਾਰੇ, ਨਾ ਕਰਤਾਰ ਦੇ ਨਾਮ ਬਾਰੇ। ਉਸ ਰਾਜੇ ਨੂੰ ਇਹਨਾਂ ਨੇ ਇਸ ਕਰਕੇ ਰੱਬ ਮੰਨਿਆ ਹੋਇਆ ਸੀ ਵੀ ਉਹ ਮੀਂਹ ਪਾਉਂਦਾ। ਹਾਂਜੀ। ਜਬ ਮੰਤਰ ਪੜੇ ਬਰਖਾ ਸੁ ਪਰੇ। ਜਦੋਂ ਰਾਜੇ ਕੋਲੇ ਕੋਈ ਰਿੱਧੀ ਸਿੱਧੀ ਸੀ, ਉਹਨੇ ਸਿੱਧ ਕੀਤੀ ਹੋਣੀ ਹੈ। ਜਦੋਂ ਉਹਨੇ ਮੰਤਰ ਦਾ ਜਾਪ ਜਪਣਾ ਤੇ ਮੀਂਹ ਪੈ ਜਾਣਾ। ਕ੍ਰਿਸ਼ਿ ਕਾਰਜ ਹੋਏ ਨਿਭਾਏ ਅਸੰਗ। ਜ਼ਿਮੀਂਦਾਰਾਂ ਦੇ ਖੇਤਾਂ ਦੇ ਕੰਮ ਹੋ ਜਾਣੇ, ਫਸਲਾਂ ਦਾ ਕੰਮ ਹੋ ਜਾਣਾ। ਜੇ ਬੀਜਣੀ ਹੁੰਦੀ ਸੀ ਫਸਲ ਤਾਂ ਬੀਜ ਲੈਣੀ, ਜੇ ਬੀਜੀ ਹੋਈ ਹੁੰਦੀ ਸੀ ਤਾਂ ਮੀਂਹ ਪੈ ਜਾਣਾ ਤੇ ਫਸਲ ਠੀਕ ਹੋ ਜਾਣੀ। ਏਦਾਂ ਇਹਨਾਂ ਸਾਰੇ ਜ਼ਿਮੀਂਦਾਰਾਂ ਦਾ ਖੇਤੀ ਦਾ ਕੰਮ ਹੋ ਜਾਂਦਾ ਸੀ। ਬਿਨ ਭੂਪ ਲਖੇ ਨੇ ਔਰ ਕਿਸੰ। ਉਹ ਰਾਜੇ ਤੋਂ ਬਿਨਾਂ ਕਿਸੇ ਹੋਰ ਨੂੰ ਜਾਣਦੇ ਹੀ ਨਹੀਂ ਸੀ। ਕਿਸੇ ਹੋਰ ਮਹਾਤਮਾ ਨੂੰ, ਕਿਸੇ ਹੋਰ ਸੰਤ ਨੂੰ, ਕਿਸੇ ਪਰਮੇਸ਼ਰ ਨੂੰ, ਕਿਸੇ ਗੁਰੂ ਪੀਰ ਨੂੰ ਇਹ ਨਹੀਂ ਸਨ ਜਾਣਦੇ। ਰਾਜੇ ਨੂੰ ਹੀ ਸਭ ਕੁਝ ਸਮਝਦੇ ਸਨ। ਜਿਸ ਬਾਸਰ ਤੇ ਗੁਰ ਬੈਠ ਗਏ। ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਜੀ ਇੱਥੇ ਆ ਕੇ ਬੈਠ ਗਏ, ਤਬ ਤੇ ਜਲ ਮੇਘ ਨ ਫੇਰ ਪਏ। ਸਤਿਗੁਰੂ ਜੀ ਦੀ ਲੀਲਾ ਵਰਤ ਗਈ। ਕਹਿੰਦੇ ਉਸ ਦਿਨ ਤੋਂ ਮੀਂਹ ਪੈਣੋਂ ਬੰਦ ਹੋ ਗਿਆ। ਜਦੋਂ ਸਤਿਗੁਰੂ ਜੀ ਆ ਕੇ ਬਹਿ ਗਏ ਨਾ, ਉੱਥੇ ਆਸਣ ਲਾ ਲਿਆ। ਰਾਤ ਦੇ ਸਮੇਂ ਧੂਣਾ ਲਾਇਆ ਹੁੰਦਾ, ਉੱਥੇ ਪ੍ਰਕਾਸ਼ ਹੁੰਦਾ। ਬਾਹਰ ਖੇਤਾਂ ਵਿੱਚ ਹੀ ਪਾਤਸ਼ਾਹ ਨੇ ਡੇਰਾ ਕੀਤਾ ਹੋਇਆ। ਜਿਸ ਦਿਨ ਤੋਂ ਆ ਕੇ ਬੈਠੇ ਉਸੇ ਦਿਨ ਤੋਂ ਮੀਂਹ ਪੈਣਾ ਬੰਦ ਹੋ ਗਿਆ। ਕ੍ਰਿਸ਼ਿ ਸੂਖ ਚਲੀ ਬਿਨ ਨੀਰ ਜਬੇ। ਜਿਹੜੀ ਫਸਲ ਬੀਜੀ ਹੋਈ ਸੀ ਉਹ ਸੁੱਕ ਰਹੀ ਹੈ, ਜਿਹੜੀ ਨਵੀਂ ਬੀਜਣੀ ਸੀ ਤੇ ਖੇਤ ਹੁਣ ਹਰਾ ਹੋਵੇਗਾ, ਖੇਤ ਪਾਣੀ ਲਾਉਣਗੇ
ਵੱਤਰ ਆਵੇਗਾ ਤਦੇ ਵਾਹ ਕੇ ਬੀਜ ਬੀਜਣਗੇ। ਹੁਣ ਨਵੀਂ ਫਸਲ ਬੀਜਣੀ ਸੀ ਕਣਕ ਦੀ, ਉਹਦੇ ਲਈ ਪਾਣੀ ਮੀਂਹ ਚਾਹੀਦਾ ਸੀ। ਫਸਲ ਬੀਜਣ ਤੋਂ ਵੀ ਜਿਹੜੀ ਪਹਿਲਾਂ ਬੀਜੀ ਹੋਈ ਸੀ ਉਹ ਵੀ ਸੁੱਕਣ ਲੱਗੀ। ਸਭ ਲੋਕ ਗਏ ਨ੍ਰਿਪ ਪਾਸ ਤਬੇ। ਇਹ ਸਾਰੇ ਲੋਕ ਇਕੱਠੇ ਹੋ ਕੇ ਜਦੋਂ ਅੱਗੇ ਮੀਂਹ ਦੀ ਲੋੜ ਪੈਂਦੀ ਸੀ ਰਾਜੇ ਕੋਲ ਜਾਂਦੇ ਸੀ। ਇਹ ਸਾਰੇ ਇਕੱਠੇ ਹੋਏ ਤੇ ਰਾਜੇ ਕੋਲ ਗਏ। ਬਰਖਾ ਬਿਨ ਸੁਕਤ ਖੇਤ ਹਰੇ। ਆਪਣੇ ਰਾਜੇ ਨੂੰ ਜਾ ਕੇ ਆਖਿਆ, ਰਾਜਾ ਮੀਂਹ ਨਹੀਂ ਪਿਆ ਪੈਂਦਾ, ਵਰਖਾ ਤੋਂ ਬਿਨਾਂ ਸਾਡੇ ਖੇਤ ਫਸਲਾਂ ਸੁੱਕ ਰਹੀਆਂ ਹਨ। ਕਹੋ ਵਾਕ ਤਰਾ ਪਰ ਮੀਹੂ ਪਰੇ। ਤੁਸੀਂ ਵਾਕ ਕਰੋ ਕਿ ਧਰਤੀ ਤੇ ਮੀਂਹ ਪਵੇ। ਸੁਨ ਭੂਪ ਉਚਾਰਨ ਮੰਤਰ ਕੀਓ। ਰਾਜਾ ਜਿਵੇਂ ਅੱਗੇ ਮੰਤਰ ਪੜਦਾ ਸੀ ਉਹਨੇ ਉਸੇ ਤਰ੍ਹਾਂ ਮੰਤਰਾਂ ਦਾ ਉਚਾਰਨ ਕੀਤਾ। ਕਹਿ ਬੈਨ ਰਿਓ ਨੇ ਮੀਹੂ ਪਇਓ। ਅੱਗੇ ਮੰਤਰ ਪੜ ਕੇ ਕਹਿੰਦਾ ਸੀ ਮੀਂਹ ਪੈ ਜੇ ਪੈ ਜਾਂਦਾ ਸੀ, ਅੱਜ ਕਹਿ ਰਿਹਾ ਅੱਜ ਨਹੀਂ ਪੈਂਦਾ ਮੀਂਹ, ਕਿਉਂਕਿ ਮੀਂਹ ਦੇ ਸਿਰਜਣਹਾਰ ਗੁਰੂ ਨਾਨਕ ਸਾਹਿਬ ਦੀ ਆਗਿਆ ਨਹੀਂ ਹੈ ਮੀਂਹ ਨੂੰ ਪੈਣ ਦੀ। ਜਦੋਂ ਉਹ ਆਗਿਆ ਕਰਨਗੇ ਤੇ ਮੀਂਹ ਵਰਸਣਾ ਨਾ। ਮੇਘਾਂ ਨੂੰ ਫਰਮਾਨ ਹੋਆ ਬਰਸੋ ਕਿਰਪਾ, ਹੁਣ ਫਰਮਾਨ ਹੋਇਆ ਵੀ ਹਾਲੇ ਨਹੀਂ ਵਰਸਣਾ, ਕਿਉਂਕਿ ਉਹਨਾਂ ਨੂੰ ਪ੍ਰੇਰਣਾ ਸੀ, ਉਹਨਾਂ ਅੰਦਰ ਜਾਗ ਲਾਉਣੀ ਸੀ ਪਰਮੇਸ਼ਰ ਦੀ। ਦੱਸਣਾ ਸੀ ਕਿ ਪਰਮੇਸ਼ਰ ਇਹ ਰਾਜਾ ਨਹੀਂ, ਪਰਮੇਸ਼ਰ ਉਹ ਰਾਜਾ ਜਿਹੜਾ ਸਾਰੇ ਜਗਤ ਦਾ ਮਾਲਕ ਹੈ, ਉਹ ਦਰਸਾਣਾ ਸੀ। ਪਰ ਜਿਵੇਂ ਜਾਗ ਲਾਣੀ ਹੁੰਦੀ ਨੇ, ਕਿਸੇ ਬੱਚੇ ਨੂੰ ਲਾਣਾ ਹੋਵੇ ਉਹਨੂੰ ਲਾਲਚ ਦੇਣਾ ਪੈਂਦਾ, ਇਦਾਂ ਇਹਨਾਂ ਨੂੰ ਜਗਿਆਸੂ ਬਣਾਉਣਾ ਸੀ ਪਹਿਲਾਂ। ਉਹਦੇ ਲਈ ਪਹਿਲਾਂ ਇਦਾਂ ਦਾ ਹੀ ਲਾਣੀ ਪੈਣੀ ਸੀ ਨਾ, ਚੇਟਕ ਲਾਣੀ ਸੀ ਬਸ। ਤੋ ਰਾਜਾ ਬਥੇਰੇ ਮੰਤਰ ਪੜੇ ਤੇ ਆਖੇ ਮੀਂਹ ਪਵੇ, ਤੇ ਮੀਂਹ ਪਵੇ ਨਾ ਰਾਜੇ ਦੇ ਕਹਿਣ ਤੇ। ਨਰ ਤੀਸਰ ਬਾਸੁਰ ਫੇਰ ਗਏ। 3 ਦਿਨ ਬੀਤ ਗਏ, ਤੀਜੇ ਦਿਨ ਫਿਰ ਲੋਕ ਇਕੱਠੇ ਹੋ ਕੇ ਰਾਜੇ ਕੋਲ ਗਏ। ਸਭ ਲੋਕ ਚਾਈ ਨੇ ਮੀਹੂ ਪਏ। ਰਾਜਾ ਫਿਰ ਮੰਤਰ ਪੜਦਾ, ਮੀਂਹ ਫਿਰ ਨਹੀਂ ਪੈਂਦਾ। ਲੋਕ ਜਾ ਜਾ ਕੇ ਰਾਜੇ ਦੀ ਜਾਨ ਖਾਂਦੇ, ਰਾਜਾ ਕੀ ਗੱਲ ਮੀਂਹ ਨਹੀਂ ਪਿਆ ਪਾਉਂਦਾ? ਜੇ ਤੈਂ ਮੀਂਹ ਨਾ ਪਾਇਆ ਤੇ ਫਸਲ ਨਾ ਹੋਈ ਤੇ ਤੈਨੂੰ ਕਿੱਥੋਂ ਅਸੀਂ ਟੈਕਸ ਭਰਾਂਗੇ? ਤੇਰੇ ਖਜ਼ਾਨੇ ਕਿਵੇਂ ਭਰਾਂਗੇ? ਰਾਜਾ ਬਥੇਰੇ ਮੰਤਰ ਪੜ੍ਹੇ ਪਰ ਉਹ ਵੀ ਖੱਪ ਗਿਆ ਮੰਤਰ ਪੜ ਪੜ ਕੇ, ਮੀਂਹ ਨਹੀਂ ਪਿਆ ਪੈਂਦਾ। ਉਪਚਾਰ ਨ ਕੂਪ ਨਦੀ ਜਲ ਕੋ। ਹੈ ਵੀ ਕੱਲੇ ਮੀਂਹ ਦੇ ਪਾਣੀ ਤੇ ਨਿਰਭਰ ਸੀ, ਨਾ ਉੱਥੇ ਕੋਈ ਖੂਹ ਦਾ ਪਾਣੀ ਸੀ, ਨਾ ਕੋਈ ਨਦੀ ਦਾ ਪਾਣੀ ਸੀ, ਨਾ ਖੂਹ ਸੀ ਨਾ ਨਦੀ ਸੀ। ਕੱਲਾ ਮੀਂਹ ਵਰਸਦਾ ਸੀ ਤਾਂ ਇਹਨਾਂ ਦੇ ਖੇਤ ਹਰੇ ਭਰੇ ਹੁੰਦੇ ਸੀ, ਕੱਲੇ ਮੀਂਹ ਦੇ ਉੱਤੇ ਨਿਰਭਰ ਸੀ। ਇਹ ਤਾਂ ਬਾਅਦ ਵਿੱਚ ਹੁਣ ਤੱਕ ਜ਼ਿਆਦਾ ਤੌਰ ਤੇ ਬਹੁਤ ਸਾਰੇ, ਹੁਣ ਵੀ ਭਾਰਤ ਖੰਡ ਦੇ ਵਿੱਚ ਬਹੁਤ ਸਾਰੇ ਇਲਾਕੇ ਐਸੇ ਨੇ ਜਿਹੜੇ ਕੇਵਲ ਮੀਂਹ ਦੀ ਵਰਸ਼ਾ ਦੇ ਪਾਣੀ ਨਾਲ ਹੀ ਨਿਰਭਰ ਨੇ ਖੇਤੀ। ਜਾਂ ਕਈ ਥਾਵਾਂ ਤੇ ਨਹਿਰਾਂ ਦਾ ਪਾਣੀ ਹੈ, ਜ਼ਮੀਨੀ ਪਾਣੀ ਕਈ ਥਾਵਾਂ ਤੇ ਨਹੀਂ ਹੈ, ਕਈ ਥਾਵਾਂ ਤੇ ਖੂਹਾਂ ਦਾ ਜਲ ਹੈ। ਤੋ ਇੱਥੇ ਨਾ ਕੋਈ ਖੂਹ ਸੀ ਨਾ ਕੋਈ ਨਹਿਰ ਸੀ। ਜੇ ਸੀਗੀ ਵੀ ਕਿਤੇ ਤੇ ਜਿਵੇਂ ਸਾਡੇ ਇਲਾਕੇ ਦੇ ਵਿੱਚੋਂ ਨਹਿਰਾਂ ਨਿਕਲਦੀਆਂ ਨੇ, ਉਹ ਨਿਕਲਦੀਆਂ ਨਹਿਰਾਂ ਦਾ ਪਾਣੀ ਅਸੀਂ ਨਹੀਂ ਵਰਤ ਸਕਦੇ, ਉਹ ਅੱਗੇ ਹੋਰ ਵਰਤਣ ਵਾਲੇ ਨੇ। ਅਸੀਂ ਜ਼ਮੀਨ ਦਾ ਪਾਣੀ ਜਿਹੜਾ ਵਰਤ ਕੇ ਉਹਦਾ ਲੈਵਲ ਨੀਵਾਂ ਕਰ ਰਹੇ ਹਾਂ। ਨਾ ਸਰਕਾਰਾਂ ਨੂੰ ਫਿਕਰ ਨਾ ਕਿਸੇ ਨੂੰ ਚਿੰਤਾ। ਹੋਰ ਹਵਾ ਦੇ ਵਿੱਚ ਗੱਲਾਂ ਬਹੁਤ ਹੁੰਦੀਆਂ, ਆਹ ਕੀਤਾ ਉਹ ਕੀਤਾ, ਇਸ ਪਾਸੇ ਨਹੀਂ ਧਿਆਨ ਕਿ ਪਵਨ ਗੁਰੂ ਪਾਣੀ ਪਿਤਾ ਹੈ। ਨਾ ਵਰਤਣ ਵਾਲਿਆਂ ਨੂੰ ਨਾ ਕਿਸੇ ਨੂੰ। ਹੁਣ ਜ਼ਿਮੀਂਦਾਰ ਕੀ ਕਰੇਗਾ? ਉਹਨੂੰ ਵੀ ਤਾਂ ਪਾਣੀ ਦੀ ਲੋੜ ਆ, ਉਹ ਕਿੱਥੇ ਜਾਵੇ? ਉਹਨੇ ਵੀ ਪਰਿਵਾਰ ਪਾਲਣਾ, ਉਹਦੀ ਮਜਬੂਰੀ ਹੈ। ਔਰ ਇਹਦਾ ਕੰਮ ਜਿਹੜਾ ਸਮੇਂ ਦੀਆਂ ਸਰਕਾਰਾਂ ਨੂੰ ਕਰਨਾ ਚਾਹੀਏ ਉਹ ਨਹੀਂ ਕਰਦੇ, ਹੋਰ ਕੰਮਾਂ ਵਾਲੇ ਪਾਸੇ ਲੱਗੇ ਹੋਏ ਨੇ। ਖੈਰ, ਗੁਰੂ ਸਾਹਿਬ ਜੀ ਦੀ ਕਥਾ ਦਾ ਰਸ ਲਈਏ। ਕਹਿੰਦੇ ਹੁਣ ਇੱਥੇ ਜਦੋਂ ਆਏ ਨਾ ਤਾਂ ਹੁਣ ਇਹਨਾਂ ਦੇ ਕੋਲ ਇਹ ਕਹਿਣ ਲੱਗੇ ਰਾਜਾ ਵੀ ਨਾ ਸਾਡੇ ਕੋਲ ਨਹਿਰ ਦਾ ਪਾਣੀ ਹੈ, ਨਾ ਸਾਡੇ ਕੋਲ ਖੂਹਾਂ ਦਾ ਪਾਣੀ ਹੈ, ਅਸੀਂ ਇਕੱਲੇ ਮੀਂਹ ਦੇ ਪਾਣੀ ਤੇ ਨਿਰਭਰ ਹਾਂ, ਤੇ ਮੀਂਹ ਤੂੰ ਪਾਉਂਦਾ ਹੈ ਤੇ ਉਹ ਹੁਣ ਪੈਂਦਾ ਨਹੀਂ,
ਕੀ ਕਰੀਏ, ਫਸਲਾਂ ਸਾਡੀਆਂ ਸੁੱਕ ਰਹੀਆਂ ਨੇ, ਜ਼ਮੀਨਾਂ ਸੁੱਕ ਰਹੀਆਂ ਨੇ। ਨਿਤਿਆਸ ਆਕਾਸ਼ ਮਹੀਤਲ ਕੋ, ਸਾਡੀ ਤਾਂ ਆਸ ਹਮੇਸ਼ਾ ਕੇਵਲ ਆਕਾਸ਼ ਤੇ ਰਹਿੰਦੀ। ਆਕਾਸ਼ ਵੱਲ ਹੀ ਵੇਖਦੇ ਆ ਤੇ ਰੱਬ ਉਧਰ ਵੇਖ ਕੇ ਤੈਨੂੰ ਕਹਿੰਦੇ ਆ ਵੀ ਤੂੰ ਮੀਂਹ ਪਾ, ਕਿਉਂਕਿ ਰੱਬ ਦੇ ਬਾਰੇ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ। ਕਹਿੰਦੇ ਅਸੀਂ ਤਾਂ ਆਕਾਸ਼ ਵੱਲ ਵੇਖਦੇ ਆਂ ਵੀ ਰਾਜਾ ਕਹਿੰਦਾ ਤੇ ਮੀਂਹ ਪੈ ਜਾਂਦਾ ਹੈ। ਸੁਨ ਭੂਪ ਕਹੇ ਨੇ ਚਿੰਤ ਕਰੋ, ਸੁਣ ਕੇ ਰਾਜਾ ਬਥੇਰੀ ਇਹਨਾਂ ਨੂੰ ਤਸੱਲੀ ਦਿੰਦਾ, ਲੋਕਾਂ ਨੂੰ ਕਹਿੰਦਾ ਚਿੰਤਾ ਨਾ ਕਰੋ। ਬਰਖਾ ਬਰਖੇ ਉਰ ਧੀਰ ਤਰੋ, ਕਹਿੰਦਾ ਚਿੰਤਾ ਨਾ ਕਰੋ, ਧੀਰਜ ਰੱਖੋ, ਮੀਂਹ ਪਵੇਗਾ, ਹੌਸਲਾ ਰੱਖੋ, ਵਰਖਾ ਜ਼ਰੂਰ ਪਵੇਗੀ। ਤਬ ਮਾਨਵ ਜੋ ਨਿਜ ਐਨ ਗਏ, ਉਹ ਲੋਕ ਰਾਜੇ ਦੀ ਤਸੱਲੀ ਲੈ ਕੇ, ਕਿਉਂਕਿ ਅੱਗੇ ਪਾਉਂਦਾ ਹੀ ਸੀ, ਉਹਨਾਂ ਨੂੰ ਸੀ ਵੀ ਇਹ ਪਾਵੇਗਾ, ਹੁਣ ਵੀ ਪਾਵੇਗਾ, ਰਾਜੇ ਨਹੀਂ ਪਾਉਣਾ। ਉਹਨਾਂ ਨੂੰ ਕੀ ਪਤਾ ਸੀ ਵੀ ਕੋਈ ਹੋਰ ਸ਼ਕਤੀ ਹੈ ਜਿਹੜੀ ਚਲਾ ਰਹੀ ਹੈ ਸਭ ਕੁਝ। ਉਹ ਤਾਂ ਰਾਜੇ ਨੂੰ ਸਭ ਕੁਝ ਸਮਝੀ ਬੈਠੇ ਸੀ। ਰਾਜੇ ਦੇ ਕਹਿਣ ਤੇ ਉਹ ਲੋਕ ਘਰ ਵਾਪਸ ਆ ਗਏ। ਪੁਨ ਦਿਓਸ 6-7 ਬਤੀਤ ਪਏ, 5-6 ਦਿਨ ਹੋਰ ਲੰਘ ਗਏ। ਬਹੁ ਬਾਰ ਆਰਾਧ ਰਿਓ ਮਗਵਾ, ਰਾਜੇ ਨੇ ਬਥੇਰਾ ਇੰਦਰ ਮਨਾਇਆ, ਬਥੇਰੇ ਇੰਦਰ ਦੇ ਮੰਤਰ ਪੜ੍ਹੇ। ਇੰਦਰ ਕਿੱਥੇ ਆਵੇ, ਇੰਦਰ ਤਾਂ ਬੱਝਾ ਗੁਰੂ ਨਾਨਕ ਸਾਹਿਬ ਦੇ ਹੁਕਮ ਚੋਂ ਨਹੀਂ ਛੁੱਟਦਾ। ਰਾਜੇ ਨੇ ਬਥੇਰੇ ਇੰਦਰ ਮਨਾਏ, ਬਥੇਰੇ ਮੰਤਰ ਪੜ੍ਹੇ, 6-7 ਦਿਨ ਬੀਤ ਗਏ, ਮੀਂਹ ਨਹੀਂ ਪਾ ਸਕਿਆ। ਨ੍ਰਿਪਤੇ ਨੇ ਬੂੰਦ ਪਰੇ ਲਗਵਾ, ਇੱਕ ਛੋਟੀ ਜਿਹੀ ਬੂੰਦ ਪਾਣੀ ਦੀ ਨਹੀਂ ਪਵਾ ਸਕਿਆ। ਉਰ ਧੀਰ ਟਰਾ ਨਰ ਚਿੰਤ ਗਹੇ, ਰਾਜੇ ਨੂੰ ਵੀ ਚਿੰਤਾ ਹੋਣ ਲੱਗੀ ਵੀ ਗੱਲ ਨਹੀਂ ਵੀ ਬਣਦੀ, ਹੋ ਕੀ ਗਿਆ। ਰਾਜਾ ਵੀ ਫਿਕਰਮੰਦ, ਸਮਝ ਉਹਨੂੰ ਵੀ ਨਾ ਪਵੇ ਵੀ ਹੋ ਕੀ ਰਿਹਾ। ਉਧਰ ਲੋਕ ਚਿੰਤਾ ਵਿੱਚ, ਰਾਜਾ ਵੀ ਫਿਕਰ ਵਿੱਚ। ਕ੍ਰਿਸ਼ੀ ਸੁਖ ਚਲੇ ਨਾ ਉਪਾਵ ਆਏ, ਫਸਲ ਸੁੱਕ ਚੱਲੀ ਹੈ, ਬਿਲਕੁਲ ਹੀ ਪੀਲੀ ਪੈ ਗਈਆਂ ਫਸਲਾਂ ਜਿਹੜੀਆਂ ਬੀਜੀਆਂ ਸੀ। ਅੱਗੇ ਜਿਹੜੀ ਨਵੀਂ ਫਸਲ ਬੀਜਣੀ ਆ ਉਹਦੇ ਵਾਸਤੇ ਵੀ ਸਮਾਂ ਲੰਘਦਾ ਜਾ ਰਿਹਾ ਹੈ। ਜੈ ਖੇਤ ਸਮੀਪ ਗੁਰੂ ਬਰਦਾ, ਸ੍ਰੇਸ਼ਟ ਗੁਰੂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਖੇਤ ਵਿੱਚ ਬੈਠੇ ਸਨ, ਤੈ ਮਾਲਿਕ ਆਏ ਬਿਸੂਰ ਸਦਾ, ਉਸੇ ਖੇਤ ਦਾ ਮਾਲਕ ਰੋਜ਼ ਆਉਂਦਾ, ਮਹਾਰਾਜ ਜੀ ਨੂੰ ਬੈਠਿਆਂ ਵੇਖਦਾ ਤੇ ਗੱਲ ਨਹੀਂ ਸੀ ਕਰਦਾ। ਸਤਿਗੁਰੂ ਜੀ ਵੀ ਨਹੀਂ ਸੀ ਬੁਲਾਉਂਦੇ, ਉਹਨੇ ਖੇਤ ਵਿੱਚ ਗੇੜਾ ਮਾਰਨਾ ਤੇ ਝੂਰਨਾ ਤੇ ਚਲੇ ਜਾਣਾ। ਅੱਜ ਫੇਰ ਆਇਆ ਉਹ, ਸਤਿਗੁਰੂ ਜੀ ਬੈਠੇ ਨੇ ਅਡੋਲ ਆਪਣੇ ਆਨੰਦ ਵਿੱਚ, ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨੇ ਨਾਲ, ਪਾਤਸ਼ਾਹ ਜੀ ਆਨੰਦ ਵਿੱਚ ਬੈਠੇ ਰੱਬ ਰੱਬ ਕਰ ਰਹੇ ਨੇ। ਇਹ ਜ਼ਿਮੀਂਦਾਰ ਆਇਆ ਆਪਣੇ ਖੇਤ ਵੱਲ ਵੇਖਦਾ ਤੇ ਝੂਰਦਾ, ਘਟ ਕੀ ਲਖ ਕੈ ਗੁਰ ਬੈਨ ਪਨੰ, ਇਹਦੇ ਮਨ ਦੀ ਜਾਣ ਕੇ ਜਾਣੀ ਜਾਣ ਸਤਿਗੁਰੂ ਜੀ ਬੋਲੇ, ਚਿਤ ਮੈਂ ਬਹੁ ਚਿੰਤ ਪਇਓ ਬੇਮਨ। ਮਹਾਰਾਜ ਜੀ ਨੇ ਵੇਖਿਆ ਕਿ ਜ਼ਿਮੀਂਦਾਰ ਚਿੱਤ 'ਚ ਬਹੁਤ ਜ਼ਿਆਦਾ ਚਿੰਤਾ ਵਿੱਚ ਤੇ ਦੁਖੀ ਹੈ। ਕਉ ਕਾਰਨ ਕੌਣ ਤੁਮੇ ਦੁਖ ਕੋ, ਮਹਾਰਾਜ ਜੀ ਨੇ ਉਹਨੂੰ ਆਵਾਜ਼ ਮਾਰ ਲਈ। ਮਹਾਰਾਜ ਜੀ ਕਹਿੰਦੇ ਆ, ਵੀਰ ਆ ਇੱਧਰ, ਬੜਾ ਚਿੰਤਾ ਵਿੱਚ ਹੈ, ਬੜਾ ਫਿਕਰਮੰਦ ਹੈ, ਕੀ ਗੱਲ ਹੈ, ਕੀ ਕੰਮ ਵਿਗੜ ਗਿਆ ਤੇਰਾ ਕਿ ਜਿਸ ਕਰਕੇ ਤੂੰ ਇੰਨਾ ਜ਼ਿਆਦਾ ਦੁਖੀ ਤੇ ਚਿੰਤਾ ਤੁਰ ਹੈ। ਦਿਲਗੀਰ ਦਿਖੋ ਨਾ ਖੁਸ਼ੀ ਮੁਖ ਕੋ, ਦਿਲਗੀਰ ਕਹਿੰਦੇ ਨੇ ਉਦਾਸ ਨੂੰ, ਵੀ ਤੂੰ ਬੜਾ ਉਦਾਸ ਨਜ਼ਰ ਆਉਣਾ। ਸਤਿਗੁਰੂ ਜੀ ਪੁੱਛਦੇ, ਜਾਣੀ ਜਾਣਦੇ ਸਭ ਕੁਝ ਨੇ। ਮਹਾਰਾਜ ਜੀ ਕਹਿੰਦੇ ਆ, ਸਜਣਾ ਉਦਾਸ ਬੜਾ ਹੈ, ਦੁਖੀ ਬੜਾ ਜਾਪਦਾ ਹੈ, ਕੀ ਗੱਲ ਹੈ, ਕਿਸ ਗੱਲ ਦਾ ਦੁੱਖ ਹੈ। ਸੁਨ ਸੰਤ ਕਹੋ ਬਿਰਥਾ ਮਨ ਕੀ, ਉਹ ਕਹਿਣ ਲੱਗਾ, ਮਹਾਰਾਜ ਜੀ ਸੁਣੋ ਮੇਰੇ ਮਨ ਦੀ ਬਿਰਥਾ ਕੀ ਹੈ। ਸਭ ਆਸ ਤਜੀ ਜਗ ਜੀਵਨ ਕੀ, ਕਹਿੰਦਾ ਜੀ ਅਸੀਂ ਤਾਂ ਸਾਰੀ ਆਸ ਛੱਡ ਬੈਠੇ ਆ, ਨਗਰ ਨਿਵਾਸੀ ਦੇਸ਼ ਦੇ ਵਾਸੀ, ਸਾਨੂੰ ਹੁਣ ਜੀਵਨ ਦੀ ਕੋਈ ਆਸ ਨਹੀਂ ਰਹੀ, ਸਾਨੂੰ ਕੋਈ ਜੀਵਨ ਦੀ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ। ਬਰਖਾ ਨ ਪਰੇ ਦੁਰ ਪਿੱਛ ਪਰਾ, ਕਿਉਂਕਿ ਮੀਂਹ ਨਹੀਂ ਪਿਆ ਪੈਂਦਾ, ਜਿਸ ਕਰਕੇ ਹੁਣ ਕਾਲ ਪੈ ਜਾਣਾ। ਪਹਿਲੀਆਂ ਬੀਜੀਆਂ ਫਸਲਾਂ ਸੁੱਕ ਰਹੀਆਂ ਨੇ, ਨਵੀਂ ਫਸਲ ਬੀਜ ਨਹੀਂ ਹੋ ਰਹੀ, ਮੀਂਹ ਨਹੀਂ ਪਿਆ ਪੈਂਦਾ ਤੇ ਮੀਂਹ ਨਾ ਪੈਣ ਕਾਰਨ ਹੁਣ ਕਾਲ ਪਵੇਗਾ ਤੇ ਅਸੀਂ ਸਾਰੇ ਮਰ ਮੁੱਕ ਜਾਵਾਂਗੇ। ਕ੍ਰਿਖੀ ਸੂਖ ਚਲੀ ਬਿਨ ਨੀਰ ਤਰਾ, ਪਾਣੀ ਤੋਂ ਬਿਨਾਂ ਸਾਡੀਆਂ ਫਸਲਾਂ, ਸਾਡੇ ਖੇਤ
ਉਹ ਸੁੱਖ ਚੱਲੇ ਹਨ। ਯੁਤ ਭੂਪ ਪ੍ਰਜਾ ਸਭ ਚਿੰਤ ਕਰੇ। ਸਾਡਾ ਰਾਜਾ ਵੀ ਦੁਖੀ ਹੈ, ਰਾਜੇ ਸਮੇਤ ਸਾਰੀ ਪ੍ਰਜਾ ਵੀ ਦੁਖੀ ਤੇ ਚਿੰਤਾ ਵਿੱਚ ਹੈ। ਨ ਪਾਏ ਉਪਾਏ ਜੇ ਧੀਰ ਤਰੇ। ਦਿਨ ਰਾਤ ਸੋਚਾਂ 'ਚ ਬੀਤਦਾ ਹੈ, ਨਹੀਂ ਲੱਭਦਾ ਕੋਈ ਉਪਾਅ, ਕੀ ਕਰੀਏ, ਨਹੀਂ ਕੁਝ ਸਮਝ ਪਿਆ ਆਉਂਦਾ ਕੀ ਕਰੀਏ, ਨਾ ਕੋਈ ਵਸੀਲਾ ਨਾ ਕੋਈ ਉਪਾਅ, ਨਜ਼ਰ ਨਹੀਂ ਆਉਂਦਾ ਵੀ ਮੀਂਹ ਕਿਵੇਂ ਪਵੇ। ਕਹਿ ਸ੍ਰੀ ਗੁਰ ਪੂਰਬ ਕੌਣ ਬਿਦੰ। ਮਹਾਰਾਜ ਜੀ ਕਹਿੰਦੇ ਆ ਵੀ ਇਹ ਦੱਸ ਵੀ ਜਦੋਂ ਅੱਗੇ ਕਿਤੇ ਲੋੜ ਪੈਂਦੀ ਹੁੰਦੀ ਸੀ ਮੀਂਹ ਦੀ, ਕਦੇ ਅੱਗੇ ਵੀ ਓੜ ਲੱਗੀ ਹੋਣੀ ਹੈ, ਤੇ ਜਦੋਂ ਅੱਗੇ ਤੁਹਾਨੂੰ ਮੀਂਹ ਦੀ ਲੋੜ ਪੈਂਦੀ ਸੀ ਜੈ ਤੇ ਬਰਖੇ ਜਲ ਧਾਰ ਅਦੰ। ਉਦੋਂ ਕੀ ਕਰਦੇ ਸੀ ਕਿ ਮੀਂਹ ਪੈ ਜਾਂਦਾ ਸੀ, ਜਿਹਦੇ ਨਾਲ ਮੀਂਹ ਵਰਸ ਜਾਂਦਾ ਸੀ, ਜਲ ਧਾਰਾ ਵਰਤਦੀ ਸੀ। ਸੁਨ ਸੰਤੋ ਆਦ ਪੁਪਾਲ ਕਏ। ਉਹ ਬੋਲਿਆ, ਕਹਿਣ ਲੱਗਾ ਮਹਾਰਾਜ ਜੀ ਪਹਿਲਾਂ ਜਦੋਂ ਮੀਂਹ ਦੀ ਲੋੜ ਪੈਂਦੀ ਸੀ ਸਾਡਾ ਰਾਜਾ ਕਹਿੰਦਾ ਸੀ ਮੀਂਹ ਪੈ ਜੇ ਤੇ ਮੀਂਹ ਪੈ ਜਾਂਦਾ ਸੀ। ਸਾਡਾ ਜਿਹੜਾ ਰਾਜਾ ਸੀ ਉਹਨੂੰ ਕਹਿੰਦੇ ਸੀ ਜਾ ਕੇ, ਉਹਨੇ ਆਖਣਾ ਮੀਂਹ ਪੈ ਜੇ ਤੇ ਮੀਂਹ ਵਰਸ ਜਾਂਦਾ ਸੀ। ਬਰਖਾ ਸੁਪਰੇ ਜਬ ਚਾਹ ਆਏ। ਜਦੋਂ ਸਾਨੂੰ ਲੋੜ ਹੁੰਦੀ ਸੀ ਅਸੀਂ ਜਾ ਕੇ ਰਾਜੇ ਨੂੰ ਕਹਿਣਾ, ਰਾਜੇ ਨੇ ਝਟ ਮੀਂਹ ਪਵਾ ਦੇਣਾ। ਬਹੁ ਬਾਰ ਕਿਓ ਅਬ ਨਾਹੀ ਪਰੇ। ਹੁਣ ਅਸੀਂ ਬਥੇਰੀ ਵਾਰ ਜਾ ਜਾ ਕੇ ਉਹਨੂੰ ਆਖਿਆ, ਉਹ ਵੀ ਅੱਗੇ ਬਥੇਰੀ ਵਾਰ ਕਹਿ ਹਟਿਆ ਮੀਂਹ ਪਵੇ ਮੀਂਹ ਪਵੇ, ਹੁਣ ਉਹਦੇ ਕਹਿਣ ਨਾਲ ਵੀ ਮੀਂਹ ਨਹੀਂ ਪੈਂਦਾ। ਵਿਪਰੀਤ ਪਈ ਨੈ ਬੈਨ ਫੁਰੇ। ਹੁਣ ਵਿਪਰੀਤ ਹੋ ਗਿਆ, ਖਬਰੇ ਕੀ ਹੋ ਗਿਆ ਵੀ ਉਹਦੀ ਵਾਕ ਸੱਤਿਆ ਖਤਮ ਹੋ ਗਈ ਹੈ, ਵੀ ਬੋਲਦਾ ਤੇ ਬੋਲ ਪੂਰਾ ਨਹੀਂ ਹੁੰਦਾ। ਅੱਗੇ ਤੇ ਬੋਲਦਾ ਸੀ ਮੀਂਹ ਪਵੇ ਝਟ ਮੀਂਹ ਪੈ ਜਾਂਦਾ ਸੀ, ਹੁਣ ਤਾਂ ਕਈ ਵਾਰੀ ਕਹਿ ਬੈਠਾ ਫਿਰ ਵੀ ਮੀਂਹ ਨਹੀਂ ਪੈਂਦਾ। ਖਰੇ ਹੁਣ ਉਹਦੇ ਜਿਹੜੇ ਵਾਕ ਨੇ, ਜਿਹੜੇ ਉਹ ਬੋਲਦਾ ਹੈ, ਉਹ ਹੁਣ ਪੂਰੇ ਨਹੀਂ ਹੁੰਦੇ। ਲਖ ਰੀਤ ਕੁਰੀਤ ਬਣੀ ਦੁਚਿਤੀ। ਇਹ ਰੀਤ ਕੁਰੀਤੀ ਵੇਖ ਕੇ ਸਾਡੇ ਮਨ 'ਚ ਦੁਚਿਤੀ ਬਣੀ ਹੋਈ ਹੈ। ਛਿਤਪਾਲ ਨ ਆਨਨ ਕਾਂਤ ਰਤੀ। ਕਹਿੰਦੇ ਸਾਡੇ ਰਾਜੇ ਦੇ ਚਿਹਰੇ ਤੋਂ ਕ੍ਰਾਂਤੀ ਉੱਡੀ ਹੋਈ ਹੈ, ਉਹਦੇ ਚਿਹਰੇ ਤੋਂ ਹਵਾਈ ਉੱਡੀ ਪਈ ਹੈ, ਉਹ ਵੀ ਬੜਾ ਦੁਖੀ ਹੈ। ਪ੍ਰਜਾ ਦੁਖੀ, ਰਾਜਾ ਦੁਖੀ, ਸਭ ਪਰੇਸ਼ਾਨ ਹਾਂ। ਗੁਰਵਾਤ ਕਏ ਕਰਤਾਰ ਭਜੋ। ਮਹਾਰਾਜ ਜੀ ਕਹਿਣ ਲੱਗੇ, ਸੱਜਣਾ ਕਰਤਾਰ ਦਾ ਭਜਨ ਕਰੋ। ਸਤਿਗੁਰੂ ਜੀ ਕਹਿੰਦੇ, ਮਹਾਰਾਜ ਜੀ ਕਹਿੰਦੇ ਕਰਤਾਰ ਦਾ ਭਜਨ ਕਰੋ। ਛਿਤ ਪਾਲਕ ਕੀ ਸ਼ਰਦਾ ਸੋ ਤਜੋ। ਤੁਸੀਂ ਰਾਜੇ ਤੇ ਸ਼ਰਧਾ ਰੱਖੀ ਬੈਠੇ ਹੋ ਵੀ ਰਾਜਾ ਮੀਂਹ ਪਾਉਂਦਾ, ਮੀਂਹ ਰਾਜਾ ਨਹੀਂ ਪਾਉਂਦਾ, ਮੀਂਹ ਕਰਤਾਰ ਪਾਉਂਦਾ। ਤੇ ਕਰਤਾਰ ਦਾ ਭਜਨ ਕਰੋ, ਰਾਜੇ ਦੀ ਸ਼ਰਧਾ ਛੱਡ ਕੇ ਕਰਤਾਰ ਤੇ ਸ਼ਰਧਾ ਕਰੋ। ਬਹੁ ਬਾਰ ਪਰੇ ਧਰਮਿਓ ਮਹਾ। ਜਦੋਂ ਕਰਤਾਰ ਦਾ ਭਜਨ ਕਰੋਗੇ ਬੜਾ ਮੀਂਹ ਪਵੇਗਾ, ਕਿਉਂਕਿ ਮੀਂਹ ਪਾਉਂਦਾ ਹੀ ਕਰਤਾਰ ਹੈ। ਕਰਤਾਰ ਦਾ ਭਜਨ ਕਰੋਗੇ ਤੇ ਕਰਤਾਰ ਖੁੱਲਾ ਮੀਂਹ ਵਰਸਾਵੇਗਾ। ਅਤ ਹੋਵੇ ਅੰਨ ਜਿਤੋ ਜੇ ਚਾਹਾਂ। ਜਿੰਨਾ ਚਾਹੋਗੇ ਓਨਾ ਹੀ ਅੰਨ ਪੈਦਾ ਹੋਵੇਗਾ, ਓਨੀਆਂ ਹੀ ਫਸਲਾਂ ਪੈਦਾ ਹੋਣਗੀਆਂ। ਕਰਤਾਰ ਸੁਕੋ ਤੈ ਧਾਮ ਕਹਾਂ। ਇਹ ਝੱਟ ਜਿਵੇਂ ਕੋਈ ਬੰਦਾ ਡੁੱਬਦਾ ਹੋਵੇ ਤੇ ਉਹਨੂੰ ਕਿਣਕੇ ਦਾ ਸਹਾਰਾ ਹੋ ਜੇ। ਇਹ ਕਹਿਣ ਲੱਗਾ, ਮਹਾਰਾਜ ਜੀ ਅਸੀਂ ਤਾਂ ਰਾਜੇ ਦੀ ਸ਼ਰਧਾ ਪਹਿਲਾਂ ਹੀ ਛੱਡੀ ਬੈਠੇ ਆ ਵੀ ਉਹਦੇ ਕੋਲ ਪੈਂਦਾ ਹੀ ਨਹੀਂ ਮੀਂਹ। ਤੁਸੀਂ ਇਹ ਕਰਤਾਰ ਦੱਸੋ ਵੀ ਇਹ ਕਿੱਥੇ ਰਹਿੰਦਾ। ਅਸੀਂ ਹੁਣੇ ਪਿੰਡ ਵਾਲੇ ਇਕੱਠੇ ਹੁੰਨੇ ਆ, ਮਹਾਰਾਜ ਕਿਹੜੇ ਪਿੰਡ 'ਚ ਰਹਿੰਦਾ, ਕਿਹੜੇ ਘਰ ਵਿੱਚ ਰਹਿੰਦਾ, ਅਸੀਂ ਜਾ ਪਹੁੰਚਦੇ ਆ, ਉਹਨੂੰ ਜਾ ਮਿਲਦੇ ਆ। ਪਤਾ ਹੀ ਨਹੀਂ ਸੀ ਇਹਨਾਂ ਨੂੰ ਵੀ ਕਰਤਾਰ ਪਰਮੇਸ਼ਰ ਦੇ ਬਾਰੇ ਜਾਣਕਾਰੀ ਨਹੀਂ ਸੀ। ਲੋਕ ਇਹੋ ਜਿਹੇ ਸਨ, ਰਾਜੇ ਨੂੰ ਹੀ ਸਭ ਕੁਝ ਸਮਝੀ ਬੈਠੇ ਸੀ। ਮਹਾਰਾਜ ਜੀ ਨੇ ਜਦੋਂ ਕਿਹਾ ਵੀ ਮੀਂਹ ਕਰਤਾਰ ਪਾਉਂਦਾ, ਉਹਦੇ ਤੇ ਭਰੋਸਾ ਰੱਖੋ, ਉਹਦਾ ਭਜਨ ਕਰੋ। ਕਹਿਣ ਲੱਗਾ, ਜੀ ਇਹ ਕੌਣ ਹੈ ਕਰਤਾਰ, ਇਹ ਕਿੱਥੇ ਰਹਿੰਦਾ ਮਹਾਰਾਜ ਜੀ ਦੱਸੋ। ਨੇ ਕਾਨ ਸੁਨਿਓ ਨੇ ਨੈਣ ਲਾ। ਮਹਾਰਾਜ ਜੀ ਸੁਣਿਆ ਨਹੀਂ ਕਦੇ ਪਹਿਲਾਂ ਇਹ ਕਰਤਾਰ ਬਾਰੇ ਵੀ ਇਹ ਕੋਈ ਹੈ ਬੰਦਾ ਇਹਦੇ ਨਾਂ ਦਾ, ਨਾ ਅਸੀਂ ਸੁਣਿਆ ਕਦੇ ਨਾ ਵੇਖਿਆ। ਇਸ ਦੇਸ਼ ਕਬੇ ਨੇ ਆਏ ਰਹਾ। ਮਹਾਰਾਜ ਸਾਡੇ ਇਸ ਦੇਸ਼ ਦਾ ਨਹੀਂ ਲੱਗਦਾ ਜਿੱਥੇ ਅਸੀਂ ਰਹਿੰਦੇ, ਆ ਕਿਸੇ ਹੋਰ ਦੇਸ਼ ਦਾ ਹੋਵੇ ਤਾਂ ਪਤਾ ਨਹੀਂ, ਸਾਡੇ ਦੇਸ਼ ਵਿੱਚ ਨਹੀਂ ਕਦੇ ਅਸੀਂ ਆਇਆ ਸੁਣਿਆ ਵੀ ਉਹ ਉੱਥੇ ਆਇਆ ਹੋਵੇ। ਨੇ ਦਾਨ ਕਿਸੂ ਤੇ ਦੀਨ ਆਹ। ਤੇ ਨਾ ਹੀ ਉਹਨੇ ਕਿਸੇ ਦੀਨ ਨੂੰ ਆ ਕੇ ਇੱਥੇ ਦਾਨ ਦਿੱਤਾ ਹੈ,
ਵੀ ਕਿਸੇ ਗਰੀਬ ਨੂੰ ਆ ਕੇ ਉਹਨੇ ਦਾਨ ਦਿੱਤਾ ਹੋਵੇ। ਬਿਕਸੇ ਮੁਖ ਸ਼੍ਰੀ ਪ੍ਰਭ ਬੈਨ ਕਹਾ। ਜਦੋਂ ਇਹਨੇ ਆਖਿਆ ਨਾ ਜੀ ਕਿੱਥੇ ਰਹਿੰਦਾ ਕਰਤਾਰ, ਅਸੀਂ ਤਾਂ ਨਹੀਂ ਸੁਣਿਆ, ਅਸੀਂ ਤਾਂ ਨਹੀਂ ਵੇਖਿਆ। ਮਹਾਰਾਜ ਜੀ ਸੁਣ ਕੇ ਹੱਸ ਪਏ, ਗੁਰੂ ਨਾਨਕ ਸਾਹਿਬ ਮੁਸਕਰਾ ਪਏ ਤੇ ਮੁਸਕਰਾ ਕੇ ਇਹਦੇ ਵੱਲ ਵੇਖਿਆ ਤੇ ਪਾਤਸ਼ਾਹ ਕਹਿਣ ਲੱਗੇ, ਸਭ ਹੀ ਘਟ ਪੂਰਨ ਵਿਆਪ ਰਹਾ। ਮਹਾਰਾਜ ਜੀ ਕਹਿੰਦੇ ਆ ਕਰਤਾਰ ਇੱਕ ਜਗ੍ਹਾ ਤੇ ਨਹੀਂ ਰਹਿੰਦਾ ਵੀ ਇੱਕ ਦੇਸ਼ 'ਚ ਰਹਿੰਦਾ, ਉਹ ਤਾਂ ਸਾਰਿਆਂ ਦੇ ਹਿਰਦਿਆਂ ਵਿੱਚ, ਘਟਾਂ 'ਚ, ਸਭ 'ਚ ਵਸਦਾ। ਘਟ ਘਟ ਨੌਵੇਂ ਪਾਤਸ਼ਾਹ ਕਹਿੰਦੇ ਨੇ, ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਮਹਾਰਾਜ ਜੀ ਕਹਿੰਦੇ ਉਹ ਤਾਂ ਸਾਰਿਆਂ ਵਿੱਚ ਵਸਦਾ, ਘਟ ਘਟ ਵਿੱਚ ਸਾਰਿਆਂ ਦੇ ਹਿਰਦਿਆਂ ਵਿੱਚ ਰਹਿੰਦਾ ਹੈ। ਸਿਮਰੇ ਉਰ ਹਾਜ਼ਰ ਹੋਤ ਸਦਾ। ਉਹਨੂੰ ਮਿਲਣ ਨਹੀਂ ਜਾਣਾ ਪੈਂਦਾ ਕਿਸੇ ਖਾਸ ਟਿਕਾਣੇ ਤੇ ਵੀ ਤੂੰ ਕਹਿਣਾ ਮਿਲ ਕੇ ਆ ਜਾਂਦੇ, ਉਹਨੂੰ ਜਾ ਕੇ ਕਹਿ ਲੈਨੇ ਆ। ਮਹਾਰਾਜ ਜੀ ਕਹਿੰਦੇ ਐ ਜਿੱਥੇ ਉਹਨੂੰ ਯਾਦ ਕਰੀਏ, ਜਿੱਥੇ ਉਹਦਾ ਨਾਂ ਲਈਏ, ਉੱਥੇ ਹਾਜ਼ਰ ਹੋ ਜਾਂਦਾ। ਜਿੱਥੇ ਹਰ ਅਰਾਧੀਐ ਤਿੱਥੇ ਹਰ ਮਿੱਤ ਸਹਾਈ। ਉਹਨੂੰ ਜਿੱਥੇ ਅਰਾਧੀਏ ਉਹ ਆ ਜਾਂਦਾ, ਉਹ ਹਾਜ਼ਰ ਹੋ ਜਾਂਦਾ। ਉਹਦੇ ਕੋਲ ਜਾਣਾ ਨਹੀਂ ਪੈਂਦਾ ਕਿਤੇ, ਉਹ ਆਪ ਆ ਜਾਂਦਾ। ਜਦੋਂ ਉਹਨੂੰ ਨਾਂ ਲੈ ਕੇ ਪੁਕਾਰੀਏ, ਉਹਨੂੰ ਯਾਦ ਕਰੀਏ ਤੇ ਉਹ ਆਪ ਬੌੜੀ ਕਰਦਾ ਹੈ। ਭਗਵੰਤ ਅਨੰਤ ਨਾ ਆਏ ਕਦਾ। ਉਹ ਭਗਵੰਤ ਹੈ, ਅਨੰਤ ਹੈ, ਉਹ ਨਾ ਆਉਂਦਾ ਕਿਤੇ ਨਾ ਜਾਂਦਾ, ਉਹਦਾ ਵਿਆਪਕ ਸਰਬ ਥਾਈ ਹੈ। ਆਹ ਆਕਾਸ਼ ਦੱਸ ਕਿਤੇ ਆਇਆ ਗਿਆ? ਆਹ ਖੁੱਲਾ ਆਕਾਸ਼ ਹੈ, ਇਹਨੂੰ ਤੂੰ ਨਾ ਆਇਆ ਕਹਿ ਸਕਦਾ ਨਾ ਜਾਇਆ ਕਹਿ ਸਕਦਾ। ਜਿਵੇਂ ਆਹ ਵਿਆਪਕ ਹੈ, ਉਹ ਇਹਦੇ ਨਾਲੋਂ ਵੀ ਸੂਖਸ਼ਮ ਹੈ ਤੇ ਵਿਆਪਕ ਹੈ। ਬਾਦੜੀ ਛੰਦ ਜੋ ਜੜ ਜੰਗਮ ਕੋ ਦੇਤ ਦਾਨ। ਤੂੰ ਕਹਿਣਾ ਵੀ ਉਹਨੇ ਕਿਸੇ ਨੂੰ ਦਾਨ ਨਹੀਂ ਦਿੱਤਾ, ਦਾਨ ਦਿੰਦਾ ਹੀ ਉਹ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੜ ਜੰਗਮ, ਜਿਹੜੀਆਂ ਜੜ ਵਸਤੂਆਂ ਨੂੰ ਉਹਨਾਂ ਨੂੰ ਵੀ ਦਾਨ ਦਿੰਦਾ, ਜਿਹੜੀਆਂ ਚੇਤਨ ਵਸਤੂਆਂ ਨੂੰ ਉਹਨਾਂ ਨੂੰ ਵੀ ਦਾਨ ਦਿੰਦਾ। ਜੜ ਵਸਤੂਆਂ ਕਿਤਨੀਆਂ ਨੇ? ਆ ਦਰਖਤ ਨੇ, ਜੜ ਇੱਕੋ ਜਗ੍ਹਾ ਤੇ ਖੜੇ ਆ, ਕਿਹੜਾ ਕਿਤੇ ਟੁਰ ਕੇ ਜਾ ਕੇ ਰੋਟੀ ਦਾ ਪ੍ਰਬੰਧ ਕਰ ਸਕਦੇ ਆਪਣਾ? ਬੰਦਾ ਤਾਂ ਚੇਤਨ ਹੈ, ਜਾਨਵਰ ਪਸ਼ੂ ਪੰਛੀ ਚੇਤਨ ਨੇ, ਤੁਰ ਫਿਰ ਕੇ ਆਪਣਾ ਪ੍ਰਬੰਧ ਕਰ ਲੈਂਦੇ ਆ। ਇਹ ਕਿੱਥੇ ਜਾਂਦੇ ਆ? ਇਹਨਾਂ ਨੂੰ ਜੋ ਚਾਹੀਦਾ ਖੜਿਆਂ ਨੂੰ ਪਰਮੇਸ਼ਰ ਦੇਈ ਜਾਂਦਾ ਅਕਾਲ ਪੁਰਖ। ਕੱਲੇ ਦਰਖਤ ਦੀ ਜੜ ਥੋੜੀ ਨੇ, ਪੱਥਰ ਵੀ ਜੜ ਨੇ, ਤੇ ਪੱਥਰ ਦਾ ਵੀ ਜਿਹੜਾ ਹੈ ਉਹ ਵੀ ਵੱਧਦਾ, ਉਹ ਵੀ ਵਿਸ਼ਾਲ ਹੁੰਦਾ, ਉਹਦਾ ਵੀ ਜਨਮ ਹੁੰਦਾ। ਉਹਨੂੰ ਜੋ ਚਾਹੀਦਾ ਪਰਮੇਸ਼ਰ ਉਹਨੂੰ ਵੀ ਦੇ ਰਿਹਾ। ਜਿਹੜੇ ਚੇਤਨ ਨੇ ਉਹਨਾਂ ਨੂੰ ਵੀ ਦਾਨ ਦੇਣ ਵਾਲਾ। ਜੜ ਤੇ ਜੰਗਮ ਜਾਨੀ ਕਿ ਜੜ ਤੇ ਚੇਤਨ, ਉਹ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਦਾਨ ਦੇਣ ਵਾਲਾ ਹੈ। ਜੈ ਦੇਵ ਦੈਂਤ ਜਾਚੇ ਮਹਾਨ। ਉਹਦੇ ਕੋਲੋਂ ਦੇਵਤੇ ਵੀ ਮੰਗਦੇ ਨੇ, ਉਹਦੇ ਕੋਲੋਂ ਦਾਨਵ ਵੀ ਮੰਗਦੇ ਨੇ। ਤੁਹਾਡਾ ਰਾਜਾ ਜਿਸ ਇੰਦਰ ਦਾ ਮੰਤਰ ਜਪਦਾ ਹੈ ਤੇ ਮੀਂਹ ਪਵਾਉਂਦਾ ਸੀ ਨਾ, ਉਹ ਜਿਹੜਾ ਇੰਦਰ ਹੈ ਦੇਵਤਾ, ਉਹ ਵੀ ਉਸ ਅਕਾਲ ਪੁਰਖ ਕਰਤਾਰ ਦੇ ਚਰਨਾਂ ਦਾ ਮੰਗਤਾ, ਉਹ ਵੀ ਉਹਦੀ ਆਗਿਆ ਵਿੱਚ ਵਰਤਦਾ, ਉਹਦੇ ਹੁਕਮ 'ਚ ਵਰਤਦਾ। ਜਿੰਨੇ ਦੇਵਤੇ ਨੇ, ਜਿੰਨੇ ਦਾਨਵ ਨੇ, ਨਰ ਦਾਨਵ ਦੇਵ, ਇਹ ਸਭ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਹਨ। ਬ੍ਰਹਮੰਡ ਖੰਡ ਜਿਨ ਸਿਰਜ ਦੀਨ। ਉਸੇ ਨੇ ਸਾਰਾ ਬ੍ਰਹਮੰਡ ਤੇ ਬ੍ਰਹਮੰਡ ਤੋਂ ਖੰਡ ਟੁਕੜੇ ਜਿਹੜੇ ਅੱਗੇ ਹੋਏ ਨੇ, ਇਹ ਸਾਰੇ ਉਸੇ ਨੇ ਸਿਰਜੇ ਹਨ। ਤੈ ਸਿਮਰ ਹੋਏ ਸਭ ਕਸ਼ਟ ਛੀਨ। ਜਦੋਂ ਹੈ ਭਾਈ ਉਹਦਾ ਸਿਮਰਨ ਕਰੀਏ ਤਾਂ ਉਹਦਾ ਸਿਮਰਨ ਕਰਕੇ ਸਾਰੇ ਦੁੱਖ ਦੂਰ ਹੋ ਜਾਂਦੇ ਆ। ਉਹਦਾ ਸਿਮਰਨ ਕੀਤਿਆਂ ਸਾਰੇ ਦੁੱਖ ਛੀਨ ਹੋ ਜਾਂਦੇ ਹਨ। ਭਜ ਨਾਮ ਤਾਏ ਬਰਖਾ ਸੁਦਏ। ਉਹਦਾ ਨਾਮ ਭਜਨ ਕਰੋ, ਉਹਦਾ ਭਜਨ ਕਰੋਗੇ ਤੇ ਉਹ ਮੀਂਹ ਪਾਵੇਗਾ, ਕਿਉਂਕਿ ਮੀਂਹ ਪਾਉਣ ਵਾਲਾ ਹੈ ਹੀ ਉਹ ਪਰਮੇਸ਼ਰ। ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਮੀਂਹ ਪਾਉਣ ਵਾਲਾ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਹੈ, ਨਿਰੰਕਾਰ ਹੈ। ਇਸ ਕਰਕੇ ਉਹਦਾ ਭਜਨ ਕਰੋ। ਜਦੋਂ ਉਹਦਾ ਭਜਨ ਕਰੋਗੇ ਉਹ ਮੀਂਹ ਪਾਵੇਗਾ। ਅਨ ਟੋਟੇ ਅਨ ਸੁਖ ਸਾਰ ਲਏ। ਤੇ ਅਨ ਟੋਟ ਅੰਨ ਹੋਵੇਗਾ, ਸਾਰੇ ਸੁੱਖ ਤੁਹਾਨੂੰ ਪ੍ਰਾਪਤ ਹੋਣਗੇ। ਸੁਨ ਕ੍ਰਿਸ਼ੀਕਾਰ ਤਬ ਕਹਿਤ ਬੈਨ। ਸੁਣ ਕੇ ਅੱਗੋਂ ਜਿਹੜਾ ਉਹ ਕਿਸਾਨ ਸੀ, ਜ਼ਿਮੀਂਦਾਰ, ਉਹ ਬੋਲਿਆ, ਤਿਸ ਕੀ ਪਛਾਨ ਇਸ ਦੇਸ਼ ਹੈ ਨਾ। ਕਹਿੰਦਾ ਜੀ ਜਿਹਦੇ ਬਾਰੇ ਤੁਸੀਂ ਦੱਸਦੇ ਹੋ ਕਰਤਾਰ ਬਾਰੇ,
ਉਹਦੀ ਪਛਾਣ ਸਾਡੇ ਇਸ ਦੇਸ਼ ਵਿੱਚ ਕੋਈ ਨਹੀਂ, ਅਸੀਂ ਨਹੀਂ ਜਾਣਦੇ ਉਹਦੇ ਬਾਰੇ। ਸਾਡੇ ਦੇਸ਼ ਵਿੱਚ ਨਾ ਅਸੀਂ ਉਹਦੇ ਬਾਰੇ ਸੁਣਿਆ ਤੇ ਨਾ ਅਸੀਂ ਉਹਨੂੰ ਵੇਖਿਆ, ਉਹਦੀ ਪਹਿਚਾਣ ਹੀ ਨਹੀਂ ਹੈ ਸਾਡੇ ਦੇਸ਼ ਵਿੱਚ, ਉਹਨੂੰ ਕੋਈ ਨਹੀਂ ਜਾਣਦਾ। ਅਬ ਹੀ ਸੁਨਾ ਤੁਮ ਮੁਖ ਦੁਆਰ, ਹੁਣੇ ਹੁਣੇ ਹੀ ਤੁਹਾਡੇ ਮੁਖੋਂ ਉਹਦੇ ਬਾਰੇ ਸੁਣਿਆ, ਪਹਿਲਾਂ ਤਾਂ ਅਸੀਂ ਜਾਣੇ ਹੀ ਨਹੀਂ ਉਹਦੇ ਬਾਰੇ ਕੌਣ ਹੈ ਉਹ। ਹੁਣੇ ਹੁਣੇ ਆ ਤੁਸੀਂ ਬੋਲਿਆ ਤਾਂ ਸਾਨੂੰ ਪਤਾ ਲੱਗਾ। ਨੇ ਆਗੇ ਹਿਆਂ ਕਿਨਹੂ ਉਚਾਰ, ਤੁਹਾਡੇ ਤੋਂ ਪਹਿਲਾਂ ਕਿਸੇ ਨੇ ਆ ਕੇ ਉਚਾਰਿਆ ਵੀ ਨਹੀਂ ਉਹਦੇ ਬਾਰੇ, ਨਾ ਪਹਿਲਾਂ ਕਿਸੇ ਨੇ ਦੱਸਿਆ। ਅੱਜ ਤੁਸੀਂ ਆਏ, ਤੁਹਾਡੇ ਮੁਖੋਂ ਮੈਂ ਸੁਣ ਰਿਹਾ ਪਹਿਲੀ ਵਾਰ, ਤੁਹਾਡੇ ਤੋਂ ਪਹਿਲਾਂ ਕਦੇ ਕੋਈ ਨਹੀਂ ਆਇਆ ਜਿਹਨੇ ਉਹਦੇ ਬਾਰੇ ਦੱਸਿਆ ਹੋਵੇ। ਤੇ ਮੁਖ ਦਿਖਾਓ ਨਿਜ ਨੈਣ ਦੇਖ, ਮਹਾਰਾਜ ਜੀ ਮੈਨੂੰ ਵਿਖਾ ਹੀ ਦਿਓ ਫਿਰ ਉਹ ਕਰਤਾਰ, ਤੇ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਵਾਂ ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਵੀ ਜਿਹਨੇ ਸਾਰਾ ਕੁਝ ਸਿਰਜਿਆ। ਇਹ ਹਾਲੇ ਵੀ ਇਹ ਸਮਝਦਾ ਪਿਆ ਵੀ ਜਿਵੇਂ ਸਾਡੇ ਸਰੀਰ ਹੁੰਦੇ ਆ ਸਥੂਲ, ਇਦਾਂ ਦਾ ਹੀ ਕੋਈ ਹੋਵੇਗਾ ਕਰਤਾਰ। ਕਹਿੰਦਾ ਜੀ ਵਿਖਾ ਦਿਓ ਮੈਨੂੰ ਉਹ ਕਰਤਾਰ, ਨੇਤਰਾਂ ਨਾਲ ਅਸੀਂ ਵੇਖ ਲਈਏ, ਤੱਕ ਲਈਏ। ਹਾਂਜੀ, ਸਿਮਰਨ ਕਰੋ ਨਿਸ ਦਿਨ ਵਿਸ਼ੇਖ, ਤੇ ਜਦੋਂ ਵਿਖਾ ਦਿਓਗੇ ਫਿਰ ਅਸੀਂ ਉਹਦਾ ਸਿਮਰਨ ਕਰਾਂਗੇ ਰਾਤ ਦਿਨ। ਜਿਹੜਾ ਮੀਂਹ ਪਾਉਂਦਾ ਫਿਰ ਸਾਡੇ ਵਾਸਤੇ ਉਹਦੇ ਤੋਂ ਵੱਡਾ ਕੌਣ ਹੋ ਸਕਦਾ ਹੈ। ਗੁਰ ਕਹੇ ਨਾ ਦੇਖਿਓ ਜਾਏ ਸੋਏ, ਮਹਾਰਾਜ ਜੀ ਕਹਿਣ ਲੱਗੇ ਭਾਈ ਆ ਜਿਹੜੀਆਂ ਅੱਖਾਂ ਨੇ ਨਾ ਹੱਡ ਚੰਮਦੀਆਂ, ਇਹਨਾਂ ਨਾਲ ਨਹੀਂ ਵੇਖ ਹੁੰਦਾ, ਉਹ ਇਹਨਾਂ ਨਾਲ ਨਹੀਂ ਤੱਕ ਹੁੰਦਾ। ਜਿਵੇਂ ਤੂੰ ਕਹਿੰਦਾ ਨਾ ਵੇਖਣ ਨੂੰ, ਮਹਾਰਾਜ ਜੀ ਕਹਿੰਦੇ ਇਉਂ ਨਹੀਂ ਵੇਖਿਆ ਜਾਂਦਾ। ਸਿਮਰਨ ਕਰੋ ਇਛ ਪੂਰ ਹੋਏ, ਬਸ ਉਹਦਾ ਸਿਮਰਨ ਕਰੋ, ਜਦੋਂ ਉਹਦਾ ਜਾਪ ਜਪੋਗੇ ਨਾ ਤੇ ਤੁਹਾਡੀਆਂ ਇੱਛਾਵਾਂ ਪੂਰਨ ਹੋਣਗੀਆਂ, ਤੇ ਫਿਰ ਆਪੇ ਹੀ ਤੁਹਾਨੂੰ ਭਰੋਸਾ ਵੱਧ ਜਾਏਗਾ ਵੀ ਉਹ ਹੈ। ਜਦੋਂ ਉਹਦਾ ਸਿਮਰਨ ਕਰੋਗੇ ਤੇ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ, ਫਿਰ ਆਪੇ ਹੀ ਬੋਧ ਹੋ ਜਾਏਗਾ ਹੈ, ਪਰ ਅੱਖਾਂ ਨਾਲ ਤੁਸੀਂ ਵੇਖ ਨਹੀਂ ਸਕਦੇ ਨਾ ਨੇਤਰਾਂ ਨਾਲ। ਉਹ ਨੇਤਰਾਂ ਦਾ ਵਿਸ਼ੇ ਨਹੀਂ, ਇਹਨਾਂ ਅੱਖਾਂ ਦਾ ਵਿਸ਼ੇ ਨਹੀਂ ਹੈ। ਇਹ ਅੱਖਾਂ ਸਥੂਲ ਚੀਜ਼ਾਂ ਨੂੰ ਵੇਖ ਸਕਦੀਆਂ ਨੇ, ਸੂਖਮ ਨੂੰ ਤਾਂ ਨਹੀਂ ਵੇਖ ਸਕਦੀਆਂ। ਆ ਹਵਾ 'ਚ ਕਿੰਨਾ ਕੁਝ ਸੂਖਮ ਟੁਰਿਆ ਫਿਰਦਾ, ਅੱਖਾਂ ਵੇਖਦੀਆਂ ਨੇ ਭਲਾ ਉਹਨੂੰ, ਉਹ ਤਾਂ ਇਹਨਾਂ ਨਾਲੋਂ ਵੀ ਸੂਖਮ ਹੈ। ਤੋ ਜੋ ਇਤਨਾ ਸੂਖਮ ਹੈ ਉਹਨੂੰ ਇਹ ਨੇਤਰ ਕਿਵੇਂ ਵੇਖ ਸਕਦੇ? ਉਹ ਨੇਤਰਾਂ ਦਾ ਵਿਸ਼ਾ ਨਹੀਂ ਹੈ, ਮਨ ਬਾਣੀ ਦਾ ਵੀ ਵਿਸ਼ਾ ਨਹੀਂ ਹੈ। ਇਸ ਕਰਕੇ ਉਹਦਾ ਸਿਮਰਨ ਕਰੋ। ਜਦੋਂ ਉਹਨੂੰ ਸਿਮਰੋਗੇ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਜਦੋਂ ਜਪੋਗੇ ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਪਾਤਸ਼ਾਹ ਜਿੱਥੇ ਗਏ ਨੇ ਸਭ ਨੂੰ ਭਜਨ ਵਿੱਚ ਲਾਇਆ, ਸਿਮਰਨ ਕਰੋ, ਭਜਨ ਕਰੋ। ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਪਾਤਸ਼ਾਹ ਹੁਕਮ ਹੀ ਇਹ ਫਰਮਾਉਂਦੇ ਆ, ਕਿਉਂਕਿ ਇਹਦੇ ਦੁਆਰਾ ਹੀ ਪਰਮੇਸ਼ਰ ਦੀ ਹੋਂਦ ਦਾ ਅਨੁਭਵ ਹੋਣਾ। ਬਿਨਾਂ ਸਿਮਰਨ ਤੋਂ ਪਰਮੇਸ਼ਰ ਦੀ ਹਸਤੀ ਹੈ ਇਹਦੀ ਜਾਣਕਾਰੀ ਨਹੀਂ ਹੋ ਸਕਦੀ। ਇਸ ਕਰਕੇ ਪਾਤਸ਼ਾਹ ਇਹਨਾਂ ਨੂੰ ਕਹਿੰਦੇ ਵੀ ਸਿਮਰਨ ਕਰੋ, ਸਿਮਰਨ ਕਰੋ ਇਚ ਪੂਰ ਹੋਏ। ਜਦੋਂ ਉਹਦਾ ਸਿਮਰਨ ਕਰੋਗੇ ਤੇ ਤੁਹਾਡੀ ਇੱਛਾਵਾਂ ਪੂਰੀਆਂ ਹੋਣਗੀਆਂ। ਕੁਦਰਤੀ ਸੰਗ ਜਾਣਿਓ ਸੋ ਜਾਏ, ਕੁਦਰਤ ਦੇ ਨਾਲ ਜਾਣਿਆ ਜਾਂਦਾ, ਉਹ ਕੁਦਰਤ ਵਿੱਚ ਵਸਿਆ ਹੋਇਆ, ਕੁਦਰਤ ਕਰਕੇ ਵਸਿਆ ਸੋਏ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ, ਉਹ ਸਾਰੀ ਕੁਦਰਤ ਦੇ ਵਿੱਚ ਵਸਿਆ ਹੋਇਆ ਨੇ ਆਪਨ ਆਪ ਕਿਸਹੂ ਲਖਾਏ। ਮਹਾਰਾਜ ਜੀ ਕਹਿੰਦੇ ਆਪਣੇ ਆਪ ਨਹੀਂ ਲਿਖਿਆ ਜਾਂਦਾ, ਉਹ ਤਾਂ ਕੁਦਰਤ ਦੇ ਵਿੱਚ ਵਸਿਆ ਤੇ ਕੁਦਰਤ ਦੇ ਨਾਲ ਹੀ ਜਾਣਿਆ ਜਾਂਦਾ ਹੈ। ਨਰ ਕਹੇ ਜੇ ਦੇਖਿਓ ਨਿਜ ਨਾਨੇਨ, ਉਹ ਅੱਗੋਂ ਬੋਲਿਆ ਉਹ ਜ਼ਿਮੀਦਾਰ,
ਕਹਿੰਦਾ ਜੀ ਜੇ ਉਹ ਅੱਖਾਂ ਨਾਲ ਨਹੀਂ ਵੇਖਿਆ ਕਿਸ ਪਾਸ ਕਹੋ ਜਾਚਨ ਸੁਬੈਨ। ਤੇ ਫਿਰ ਮੈਂ ਕਿਹਨੂੰ ਆਖਾਂ ਮੰਗਣ ਵਾਸਤੇ? ਜਦੋਂ ਦੇਖੇਗਾ ਕੋਈ ਉਹਨੂੰ ਕਹਾਂਗਾ ਨਾ ਵੀ ਮੈਨੂੰ ਦੇ ਦੇ, ਮੀਂਹ ਪਾ ਦੇ। ਜਦੋਂ ਦਿਸਦਾ ਹੀ ਨਹੀਂ ਤੇ ਫਿਰ ਕਿਹਨੂੰ ਆਖਾਂ ਜੀ? ਹਵਾ ਵਿੱਚ ਕਿਹਨੂੰ ਕਹੀਏ? ਕਿਉਂਕਿ ਉਹਨੇ ਅੱਜ ਤਾਈਂ ਇਹ ਕਦੇ ਮਹਿਸੂਸ ਹੀ ਨਹੀਂ ਸੀ ਕੀਤਾ। ਉਹਦਾ ਰਾਜੇ ਕੋਲ ਹੀ ਮੰਗਦੇ ਸੀ ਜਾ ਕੇ, ਰਾਜਾ ਦਿਸਦਾ ਸੀ। ਕਹਿੰਦੇ ਜੀ ਜੇ ਕੁਝ ਦਿਸਦਾ ਹੀ ਨਹੀਂ ਤੇ ਫਿਰ ਮੰਗੀਏ ਕਿਵੇਂ? ਜਾਨੋ ਨਾ ਕੁਦਰਤੀ ਕੌਣ ਹੋਏ। ਆ ਜਿਹੜੀ ਤੁਸੀਂ ਕੁਦਰਤੀ ਜੀ ਕਹਿੰਦੇ ਹੋ, ਇਹ ਕਿਹੜੀ ਬਲਾ ਆ? ਮੈਂ ਤਾਂ ਨਹੀਂ ਸੁਣੀ ਕਦੇ ਪਹਿਲਾਂ ਕੁਦਰਤੀ। ਤੁਸੀਂ ਕਹਿੰਦੇ ਹੋ ਕੁਦਰਤ ਨਾਲ ਜਾਣਿਆ ਜਾਂਦਾ। ਕਹਿੰਦਾ ਜੀ ਇਹ ਕੁਦਰਤ ਕੀ ਸ਼ੈ ਹੁੰਦੀ ਹੈ? ਇਹ ਕਿਹੜੀ? ਇਹ ਹੁਣ ਪਹਿਲਾਂ ਕਰਤਾਰ ਕਹਿ ਕੇ ਤੁਸੀਂ ਮੈਨੂੰ ਹੈਰਾਨ ਕਰ ਦਿੱਤਾ। ਆਲੇ ਉਹ ਤਾਂ ਮੇਰੇ ਮਨ ਚੋਂ ਸਪਸ਼ਟ ਨਹੀਂ ਹੋਇਆ ਵੀ ਕਰਤਾਰ ਕੌਣ ਹੈ, ਤੇ ਦੂਜਾ ਸ਼ਬਦ ਤੁਸੀਂ ਹੋਰ ਕਹਿ ਦਿੱਤਾ ਵੀ ਕੁਦਰਤ, ਕੁਦਰਤੀ। ਮਹਾਰਾਜ ਜੀ ਇਹ ਕੁਦਰਤੀ ਜਿਹੜਾ ਜਾਣਿਆ ਜਾਂਦਾ ਕਰਤਾਰ, ਇਹ ਕੁਦਰਤੀ ਕਿਹੜੀ ਸ਼ੈ ਹੈ? ਉਹ ਪੁੱਛਦਾ ਅੱਗੋਂ। ਹਾਂਜੀ, ਕੁਛ ਪਤਾ ਦਿਓ ਹੋ ਲਖਵ ਸੋਏ। ਆ ਜਿਹੜੀ ਕੁਦਰਤ ਬਾਰੇ ਤੁਸੀਂ ਦੱਸਦੇ ਹੋ, ਕੁਝ ਇਹਦੇ ਬਾਰੇ ਮੈਨੂੰ ਦੱਸੋ ਪਤਾ ਵੀ ਹੋ ਸਕਦਾ ਇਹਦੇ ਨਾਲ ਮੈਂ ਕੁਝ ਜਾਣ ਲਵਾਂ, ਕੋਈ ਇਹਦੀਆਂ ਨਿਸ਼ਾਨੀਆਂ ਵਿਖਾ ਦਿਓ। ਤੂੰ ਜਾਏ ਤਾਮ ਲਾਂਗਲ ਜਿਆਨ। ਮਹਾਰਾਜ ਜੀ ਵੇਖਿਆ ਵੀ ਇਦਾਂ ਨਹੀਂ ਨੇ ਸਮਝਣਾ। ਪਾਤਸ਼ਾਹ ਗੁਰਦੇਵ, ਕਿਉਂਕਿ ਅੰਨੇ ਨੂੰ ਤੁਸੀਂ ਸ਼ੀਸ਼ਾ ਵਿਖਾਈ ਜਾਓਗੇ ਨਾ, ਉਹ ਕਿਵੇਂ ਵੇਖੇਗਾ ਵੀ ਮੇਰਾ ਚਿਹਰਾ ਕਿਹੋ ਜਿਹਾ? ਪਾਤਸ਼ਾਹ ਵੇਖਿਆ ਵੀ ਇੱਥੇ ਹਾਲੇ ਗੱਲ ਨਹੀਂ ਜੇ ਬਣਨੀ। ਇੱਥੇ ਹਾਲੇ ਉਹ ਖੇਡ ਹੈ ਵੀ ਦੱਸ ਹੀ ਨਹੀਂ ਸਕਦੇ ਇਹਨੂੰ ਜਦੋਂ ਤੱਕ ਕੋਈ ਕਲਾ ਨਹੀਂ ਵੇਖੇਗਾ। ਕਿਉਂਕਿ ਰਾਜੇ ਦੀ ਕਲਾ ਵੇਖੀ ਸੀ, ਰਾਜੇ ਨੂੰ ਰੱਬ ਮੰਨੀ ਬੈਠੇ ਸੀ। ਹੁਣ ਜੇ ਪਰਮੇਸ਼ਰ ਦੀ ਕਲਾ ਵੇਖਣਗੇ, ਉਹਦੀ ਕੁਦਰਤ ਵੇਖਣਗੇ, ਫਿਰ ਸਮਝ ਆਵੇਗਾ ਵੀ ਪਰਮੇਸ਼ਰ ਹੈ। ਹੁਣ ਕੁਦਰਤ ਵਿਖਾਣੀ ਸੀ। ਉੱਤੇ 5-7 ਬੰਦੇ ਲਾਗਲੇ ਪਿੰਡ ਦੇ ਵਿੱਚ ਭੰਡਾਰਾ ਸੀ, ਉਹ ਚਲੇ ਗਏ। ਇੱਕ ਉਹਨਾਂ ਦਾ ਸਾਥੀ ਸੀ ਅੱਖਾਂ ਤੋਂ ਅੰਨਾ, ਉਹਨੂੰ ਲੈ ਨਾ ਗਏ ਵੀ ਇਹਨੂੰ ਕਿੱਥੇ ਚੁੱਕੀ ਫਿਰਾਂਗੇ ਨਾਲ। ਉਹ ਵਾਪਸ ਆ ਗਏ। ਵਾਪਸ ਆਏ ਤੇ ਉਹਨੇ ਇਤਰਾਜ਼ ਕੀਤਾ, ਤੁਸੀਂ ਮੈਨੂੰ ਨਹੀਂ ਨਾਲ ਲੈ ਕੇ ਗਏ ਭੰਡਾਰੇ ਤੇ, ਕੀ ਖਾ ਕੇ ਆਏ ਹੋ? ਕਹਿੰਦੇ ਖੀਰ ਖਾ ਕੇ ਆਏ। ਅੰਨੇ ਨੇ ਕਦੇ ਖੀਰ ਖਾਧੀ ਨਹੀਂ ਸੀ। ਕਹਿੰਦਾ ਉਹ ਕਿਹੋ ਜੀ ਹੁੰਦੀ ਹੈ? ਕਹਿਣ ਲੱਗੇ ਚਿੱਟੇ ਰੰਗ ਦੀ, ਸਫੇਦ। ਕਹਿੰਦਾ ਇਹ ਚਿੱਟਾ ਰੰਗ ਸਫੇਦ ਕਿਹੋ ਜਿਹਾ ਹੁੰਦਾ? ਉਹ ਕਹਿੰਦੇ ਜਿਹੋ ਜਿਹਾ ਬਗਲਾ ਹੁੰਦਾ, ਬਗਲਾ ਚਿੱਟਾ ਹੁੰਦਾ। ਕਹਿੰਦਾ ਇਹ ਬਗਲਾ ਕਿਹੋ ਜਿਹਾ ਹੁੰਦਾ? ਚੌਥਾ ਜਿਹੜਾ ਸੀ ਉਹਨੇ ਹੱਥ ਟੇਢਾ ਜਿਹਾ ਕਰਕੇ ਇਦਾਂ ਜਿਵੇਂ ਬਗਲੇ ਦੀ ਧੌਣ ਟੇਢੀ ਹੁੰਦੀ, ਉਹਦੇ ਹੱਥ 'ਚ ਫੜਾ ਕੇ ਨਾ, ਕਹਿੰਦਾ ਇਦਾਂ ਦਾ ਹੁੰਦਾ। ਉਹਨੇ ਇਦਾਂ ਹੱਥ ਜਾ ਲਾ ਕੇ ਵੇਖਿਆ ਵੀ ਟੇਢਾ ਘੁੰਮ ਕੇ ਹੱਥ ਇਦਾਂ ਦਾ। ਕਹਿੰਦਾ ਯਾਰ ਖੀਰ ਇੰਨੀ ਟੇਢੀ ਹੁੰਦੀ ਹੈ, ਚੰਗਾ ਹੋਇਆ ਮੈਂ ਨਹੀਂ ਗਿਆ ਖਾਣ। ਉੱਥੋਂ ਕਹਾਵਤ ਬਣੀ ਵੀ ਇਹ ਟੇਢੀ ਖੀਰ ਹੈ, ਖਾਧੀ ਨਹੀਂ ਜਾਣੀ। ਕਹਿਣ ਤੋਂ ਭਾਵ ਅੰਨੇ ਵਾਸਤੇ ਜਿੰਨਾ ਮਰਜ਼ੀ ਉਹਨੂੰ ਕਹੀ ਜਾਓ, ਕੀ ਸਮਝ ਆਉਣੀ ਸੀ? ਕਹਿੰਦਾ ਜੀ ਹੁਣ ਇਹ ਕੁਦਰਤ ਕੀ ਹੈ ਜਿਹੜੀ ਤੁਸੀਂ ਕਹਿੰਦੇ ਹੋ? ਪਹਿਲਾਂ ਕਰਤਾਰ ਬਾਰੇ ਨਹੀਂ ਪਤਾ ਲੱਗਾ, ਤੁਸੀਂ ਦੂਜਾ ਕੁਦਰਤ ਬਾਰੇ ਕਹਿ ਦਿੱਤਾ। ਪਾਤਸ਼ਾਹ ਨੇ ਵੇਖਿਆ ਇਦਾਂ ਨਹੀਂ ਗੱਲ ਬਣਨੀ। ਉਹ ਤਾਂ ਨਹੀਂ ਸਮਝਾ ਸਕੇ ਅੰਨੇ ਨੂੰ ਕਿ ਖੀਰ ਕਿਹੋ ਜੀ ਹੈ, ਪਰ ਮੇਰੇ ਸਤਿਗੁਰੂ ਐਸੇ ਦਿਆਲੂ ਨੇ, ਕਿਰਪਾਲੂ ਨੇ ਕਿ ਅੰਨਿਆਂ ਨੂੰ ਵੀ ਨੇਤਰ ਦੇ ਕੇ ਵਿਖਾਣ ਵਾਲੇ ਨੇ ਵੀ ਆਹ ਹੈ ਪਰਮੇਸ਼ਰ ਅਕਾਲ ਪੁਰਖ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਗਤ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚਲੋ ਸੱਜਣਾ ਇਦਾਂ ਕਰ, ਘਰ ਜਾ ਕੇ ਹਲ ਲਿਆ ਆਪਣਾ। ਲਾਂਗੁਲ ਕਹਿੰਦੇ ਨੇ ਹਲ ਨੂੰ, ਆਪਣਾ ਹਲ ਤੇ ਬਲਦ ਲੈ ਕੇ ਆ। ਅਬ ਬਾਓ ਬੋ ਛਿਤ ਬੈਨ ਮਾਨ। ਸਾਡਾ ਬਚਨ ਮੰਨ ਕੇ ਆ ਜ਼ਮੀਨ ਵਾਹ, ਹਲ ਵਾਹ ਇਹਦੇ ਚ ਤੇ ਬੀਜ ਦੇ। ਜਬ ਉਗੇ ਖੇਤ ਪੁੰਨ ਪੱਕ ਜਾਏ। ਤੇ ਜਦੋਂ ਤੇਰੀ ਫਸਲ ਉੱਗੇਗੀ, ਬੀਜ ਉੱਗੇਗਾ, ਪੱਕ ਜਾਏਗੀ ਫਸਲ, ਤਬ ਲਖੋ ਕੁਦਰਤੀ ਹੋਏ ਕਾਏ। ਫਿਰ ਤੈਨੂੰ ਵਿਖਾਵਾਂਗੇ ਵੀ ਕੁਦਰਤ ਕੀ ਹੁੰਦੀ ਹੈ। ਜਦੋਂ ਫਸਲ ਪੱਕ ਜਾਏਗੀ ਨਾ ਤੇਰੀ, ਫਿਰ ਤੈਨੂੰ ਵਿਖਾਵਾਂਗੇ ਵੀ
ਕੁਦਰਤ ਕੀ ਹੁੰਦੀ ਹੈ। ਸੁਨ ਗਇਓ ਸਦਨ ਗੁਰ ਬਚਨ ਮਾਨ। ਗੁਰੂ ਸਾਹਿਬ ਦੇ ਬਚਨ ਮੰਨ ਕੇ ਕਹਿੰਦਾ ਚਲੋ ਇਹ ਕੰਮ ਕਰ ਲੈਣਾ। ਘਰ ਗਿਆ। ਪੁਨ ਨਰਨ ਨਿਕਟ ਕੀਨੋ ਬਖਾਨ। ਜਿਵੇਂ ਆਂਢ ਗੁਆਂਢ ਚ ਬੰਦੇ ਹੁੰਦੇ ਉਹਨਾਂ ਨਾਲ ਇਹਨੇ ਗੱਲ ਕੀਤੀ। ਹੈ ਸਾਧ ਵੈਰ ਮਮ ਖੇਤ ਪਾਸ। ਕਹਿੰਦਾ ਬਾਹਰ ਕੋਈ ਖੇਤ ਵਿੱਚ ਇੱਕ ਸੱਜਣ ਆਇਆ ਹੈ, ਸੰਤ ਕਿਹਾ ਜਾਂਦਾ ਉਹਨਾਂ ਨੂੰ, ਉਹ ਕੋਈ ਮਹਾਤਮਾ ਹੈ ਜਿਹੜਾ ਬਾਹਰ ਆਇਆ ਬੈਠਾ ਹੈ। ਤਿਨ ਕਹੇ ਬਚਨ ਏ ਬਿਦ ਪ੍ਰਕਾਸ਼। ਉਹਨਾਂ ਨੇ ਮੈਨੂੰ ਆਹ ਬਚਨ ਕਹੇ ਨੇ, ਜੋ ਜੋ ਗੁਰੂ ਸਾਹਿਬ ਨੇ ਕਿਹਾ ਸੀ ਇਹਨੇ ਆਪਣੇ ਸਾਥੀਆਂ ਨੂੰ ਦੱਸੇ। ਪ੍ਰਥਮੇ ਸਿਮਰੋ ਕਰਤਾਰ ਨਾਮ। ਉਹ ਕਹਿੰਦੇ ਸੀ ਵੀ ਪਹਿਲਾਂ ਕਰਤਾਰ ਦਾ ਨਾਮ ਸਿਮਰੋ, ਪੁਨ ਹੋਏ ਖੇਤ ਹੋਏ ਸਿੱਧ ਕਾਮ। ਤੇ ਤੁਹਾਡੀ ਫਸਲ ਠੀਕ ਹੋਵੇਗੀ, ਤੁਹਾਡੇ ਕੰਮ ਸਿੱਧ ਹੋਣਗੇ। ਸੁਨ ਨਰਨ ਕਾਨ ਸਭ ਹਾਸ ਕੀਨ। ਇਹਦੀ ਗੱਲ ਸੁਣ ਕੇ ਉਹ ਲੋਕ ਸਾਰੇ ਹੱਸਣ ਲੱਗ ਪਏ, ਇਹਦਾ ਮਖੌਲ ਉਡਾਉਣ ਲੱਗ ਪਏ, ਇਹਦਾ ਮਜ਼ਾਕ ਉਡਾਉਣ ਲੱਗ ਪਏ। ਮਨ ਜਾਨ ਤਾਹੇ ਕੋ ਬੁੱਧਹੀਨ। ਕਹਿਣ ਲੱਗਾ ਉਹ ਕਿਹੜੇ ਬੰਦੇ ਦੇ ਆਖੇ ਲੱਗ ਗਿਆ ਜਦੀ ਤੂੰ ਗੱਲ ਸੁਣ ਕੇ ਆ ਗਿਆ ਘਰ, ਉਹ ਤਾਂ ਬੁੱਧੀਹੀਣਾ ਬੰਦਾ। ਜਾ ਗੁਰੂ ਸਾਹਿਬ ਨੂੰ ਇਦਾਂ ਦੱਸਦੇ, ਕਹਿੰਦੇ ਉਹ ਆਪ ਬੁੱਧੀਹੀਣੇ ਨੇ ਨਾ। ਤੇ ਸਤਿਗੁਰੂ ਜੀ ਬਾਰੇ ਇਹ ਸ਼ਬਦ ਵਰਤਿਆ, ਬਿਨ ਮਿਹੋ ਖੇਤ ਕਿਸ ਰੀਤ ਹੋਏ। ਉਹਨੇ ਕਹਿ ਦਿੱਤਾ ਤੂੰ ਮੰਨ ਕੇ ਆ ਗਿਆ। ਇਹ ਦੱਸ ਵੀ ਮੀਂਹ ਤੋਂ ਬਿਨਾਂ ਖੇਤਾਂ ਵਿੱਚ ਕਦੇ ਫਸਲ ਉੱਗੀ ਹੈ? ਸੁੱਕੀ ਜ਼ਮੀਨ ਬੰਜਰ ਹੋਈ ਪਈ, ਉਹਦੇ ਵਿੱਚ ਤੂੰ ਹਲ ਵਾਹ ਕੇ ਬੀਜ ਕੇ ਸਾੜਨਾ, ਉਹ ਕਿੱਥੇ ਉੱਗ ਜਾਏਗਾ? ਇਹ ਕਿਵੇਂ ਹੋ ਸਕਦਾ ਵੀ ਮੀਂਹ ਤੋਂ ਬਿਨਾਂ ਫਸਲ ਉੱਗ ਜਾਏ? ਤੂੰ ਜਾਏ ਬੀਜ ਕਰ ਪੂਰ ਸੋਏ। ਤੂੰ ਜਾ ਕੇ ਬੀਜ ਜਿਹੜਾ ਬੀਜਣਾ, ਅਸੀਂ ਨਹੀਂ ਤੇਰੇ ਆਖੇ ਲੱਗਦੇ। ਜਿਹੜੀ ਮਾੜੀ ਮੋਟੀ ਰੱਖੀ ਆ ਘਰ ਵਿੱਚ ਖਾਣ ਨੂੰ, ਤੂੰ ਵੀ ਬੀਜ ਚ ਗਵਾ ਬਹਿਣੀ, ਅਸੀਂ ਨਹੀਂ ਤੇਰੇ ਆਖੇ ਲੱਗਣਾ। ਸੁਨ ਬੈਨ ਤਿਨੋਂ ਕੇ ਯੁਕਤ ਹਾਸ। ਜਦੋਂ ਅੱਗੋਂ ਹੱਸੇ ਤੇ ਇਹਦਾ ਮਖੌਲ ਉਡਾਇਆ ਇਹਨੇ ਜਦੋਂ ਸੁਣਿਆ। ਗੁਰ ਟਿੱਗੇ ਆਇਓ ਹੋ ਕਰ ਉਦਾਸ। ਇਹ ਬੜਾ ਉਦਾਸ ਜਿਹਾ ਹੋ ਕੇ ਫਿਰ ਵਾਪਸ ਆ ਗਿਆ ਸਤਿਗੁਰਾਂ ਕੋਲੇ। ਬਚ ਕਏ ਹਸੀ ਮੁਝ ਮਨੁਜ ਕੀਨ। ਕਹਿਣ ਲੱਗਾ ਜੀ ਮਾਫ ਕਰਨਾ ਜੀ, ਮੈਂ ਨਹੀਂ ਹਲ ਵਾਹ ਸਕਦਾ ਨਾ ਬੀਜ ਸਕਦਾ, ਕਿਉਂਕਿ ਜਦੋਂ ਮੇਰੇ ਨਾਲਦਿਆਂ ਨੂੰ ਪਤਾ ਲੱਗਾ ਉਹ ਮੇਰੇ ਤੇ ਹੱਸੇ ਨੇ, ਉਹਨਾਂ ਨੇ ਮੇਰਾ ਮਖੌਲ ਉਡਾਇਆ। ਸਭ ਜਾਣੇ ਮਨ ਮੇ ਬੁੱਧਹੀਨ। ਉਹ ਕਹਿੰਦੇ ਨੇ ਵੀ ਤੂੰ ਵੀ ਬੁੱਧੀਹੀਣਾ ਜਿਹਦੇ ਆਖੇ ਲੱਗ ਰਿਹਾ ਹੈ। ਬਰਖਾ ਬਿਨ ਕੈਸੇ ਖੇਤ ਹੋਏ। ਮੀਂਹ ਤੋਂ ਬਿਨਾਂ ਕਿਵੇਂ ਫਸਲ ਉੱਗ ਸਕਦੀ ਹੈ? ਇਹ ਜਾਣਤੇ ਸਭ ਥਾਨ ਲੋਏ। ਸਾਰੀ ਲੁਕਾਈ ਇਹ ਗੱਲ ਜਾਣਦੀ ਹੈ। ਸੁਨ ਕਹੇ ਗੁਰੂ ਤੂੰ ਬੀਜਿਆਨ। ਮਹਾਰਾਜ ਜੀ ਉਹਨੂੰ ਕਹਿੰਦੇ ਆ, ਸੱਜਣਾ ਤੂੰ ਸਾਡਾ ਬਚਨ ਮੰਨ ਕੇ ਬੀਜ ਲੈ ਕੇ ਆ। ਨੇ ਉਗੇ ਖੇਤ ਹਮ ਹੈ ਜਮਾਨ। ਮਹਾਰਾਜ ਜੀ ਕਹਿੰਦੇ ਅਸੀਂ ਜਾਮਨ ਬੈਠੇ ਆ, ਜੇ ਨਾ ਉੱਗੇਗਾ ਅਸੀਂ ਇੱਥੇ ਹੀ ਆ, ਅਸੀਂ ਚੱਲੇ ਨਹੀਂ ਜੇ ਕਿਤੇ। ਤੂੰ ਬੀਜ ਲਿਆ ਕੇ ਬੀਜ ਇੱਥੇ ਹਲ ਵਾਹ ਕੇ, ਅਸੀਂ ਇੱਥੇ ਤੇਰੇ ਜਾਮਨ ਹਾਂ। ਜੇ ਬੀਜ ਬੋਏ ਜਾਵੇ ਅਕਾਥ। ਜੇ ਤੇਰਾ ਬੀਜਿਆ ਬੀਜ ਅਕਾਰਥ ਜਾਵੇ। ਹਮ ਦੇਵੇਂ ਤੇ ਤੋਏ ਹਾਥ। ਜਿੰਨਾ ਬੀਜ ਇੱਥੇ ਬੀਜੇਗਾ ਤੈਨੂੰ ਉਹਨਾਂ ਅਸੀਂ ਪਰਤਾਵਾਂਗੇ, ਦੇਵਾਂਗੇ। ਬਸ ਇਹਦੇ ਤੋਂ ਵੱਡੀ ਗੱਲ ਤਾਂ ਨਹੀਂ ਨਾ। ਇਹੀ ਤੈਨੂੰ ਡਰ ਹੈ ਨਾ ਵੀ ਬੀਜ ਚਲਾ ਜਾਏਗਾ, ਨੁਕਸਾਨ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਉਹ ਤੇਰਾ ਨੁਕਸਾਨ ਅਸੀਂ ਭਰਾਂਗੇ ਜੇ ਨਾ ਉੱਗਿਆ। ਸੁਨ ਭਾਈ ਤੀਰ ਲਾਂਗਲ ਲੈ ਆਏ। ਇਹਨੂੰ ਹੌਸਲਾ ਵੱਜ ਗਿਆ ਵੀ ਚਲੋ ਮੈਨੂੰ ਤਾਂ ਮਿਲ ਜਾਏਗਾ ਵਾਪਸ, ਜੇ ਹੁਣ ਜਾਏਗਾ ਤਾਂ ਇਹਨਾਂ ਦਾ, ਮੇਰੀ ਤਾਂ ਮਿਹਨਤ ਹੀ ਆ, ਹਲ ਵਾਹ ਲਾਂਗਾ। ਇਹ ਗਿਆ ਘਰ ਜਾ ਕੇ ਹਲ ਬਲਦ ਲਿਆਇਆ। ਪੁਨ ਹੱਥ ਬੰਦ ਲੀ ਨੀਰ ਜਾਏ। ਮਹਾਰਾਜ ਜੀ ਨੂੰ ਪਹਿਲਾਂ ਹੱਥ ਜੋੜ ਕੇ ਨਾ ਇਹਨੇ ਆਗਿਆ ਲਈ, ਮਹਾਰਾਜ ਹਲ ਵਾਹਵਾਂ। ਇੱਥੋਂ ਮਰਿਆਦਾ ਚੱਲੀ ਜ਼ਿਮੀਂਦਾਰਾਂ ਦੀ, ਗੁਰਸਿੱਖਾਂ ਦੀ, ਕਿ ਜਦੋਂ ਹਲ ਵਾਹੁੰਦੇ ਨੇ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰਦੇ, ਮਹਾਰਾਜ ਹਲ ਵਾਹਣ ਲੱਗਿਆ ਕਿਰਪਾ ਕਰਿਓ। ਫਿਰ ਬਰਕਤ ਪੈਂਦੀ ਹੈ ਜ਼ਮੀਨਾਂ 'ਚ। ਤੇ ਜੇ ਗੁਰੂ ਸਾਹਿਬ ਦੇ ਚਰਨਾਂ 'ਚ ਰਜੋਈ ਅਰਦਾਸ ਤੋਂ ਵਿਹੂਣੇ ਹਲ ਵਾਹ ਲਿਆ, ਬੀਜ ਵੀ ਬੀਜ ਲਿਆ, ਵਾਢੀ ਵੀ ਕਰ ਲਈ, ਪਹਿਲਾਂ ਅਰਦਾਸਾਂ ਕਰਦੇ ਗੁਰਸਿੱਖ। ਆ ਪਿੱਛੇ 101 ਅਰਦਾਸ ਆਈ ਸੀ ਨਾ ਕਥਾ ਵਿੱਚ, ਕਲਗੀਧਰ ਜੀ ਨੇ ਦੱਸੀ ਸੀ। ਮਹਾਰਾਜ ਜੀ ਨੇ ਬਕਾਇਦਾ ਅਰਦਾਸਾਂ ਦੱਸੀਆਂ ਸੀ। ਇਹਨੇ ਮਹਾਰਾਜ ਜੀ ਨੂੰ ਹੱਥ ਜੋੜੇ, ਆਗਿਆ ਲਈ ਗੁਰੂ ਨਾਨਕ ਸਾਹਿਬ ਕੋਲੋਂ ਹਲ ਵਾਹਣ ਦੀ। ਕਰਤਾਰ ਸਿਮਰ ਕੈ ਭੂਮ ਵਾਏ। ਮਹਾਰਾਜ ਜੀ ਨੇ ਆਖਿਆ ਕਰਤਾਰ ਦਾ ਭਜਨ ਕਰੀ ਚੱਲ, ਨਾਲ ਜਪੀ ਚੱਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਬੀਜ ਦੇ। ਇਹਨੇ ਵਾਹਿਗੁਰੂ 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 ਕੀਤਾ। ਸੁੱਕੀ ਜ਼ਮੀਨ
ਹਲ ਵੀ ਪੂਰਾ ਨਾ ਵਗੇ। ਗੁਰੂ ਸਾਹਿਬ ਦੀ ਆਗਿਆ ਲੈ ਕੇ ਇਹਨੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਬੀਜ ਬੀਜ ਦਿੱਤਾ। ਗੋਧੂਮ ਬੀਜ ਦੀਨੀ ਸੁਤਾਏ। ਬੀਜ ਕਿਹੜਾ ਬੀਜਿਆ? ਗੋਧੂਮ। ਗੋਧੂਮ ਕਿਹਨੂੰ ਕਹਿੰਦੇ? ਕਣਕ ਨੂੰ। ਕਣਕ ਦਾ ਬੀਜ ਬੀਜਿਆ। ਗੁਰ ਚਰਨ ਬੰਦ ਕਰ ਬੈਸਿਆਂ। ਤੇ ਬੀਜ ਦਾ ਛੱਟਾ ਮਾਰ ਕੇ ਨਾ ਖੇਤ 'ਚ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਬਹਿ ਗਿਆ। ਲਓ ਮਹਾਰਾਜ, ਜਿਵੇਂ ਆਪ ਜੀ ਨੇ ਕਿਹਾ ਮੈਂ ਕਰ ਲਿਆ। ਗੁਰੂ ਸਾਹਿਬ ਜੀ ਦੀ ਜਿਵੇਂ ਕਲਾ ਵਰਤ ਰਹੀ ਹੈ ਉਹ ਵਿਖਾਣੀ ਸੀ, ਤਦੇ ਨਾ ਅੰਦਰ ਸ਼ਰਧਾ ਜਗਾਣੀ ਸੀ ਵੀ ਕਰਤਾਰ ਹੈ। ਮਹਾਰਾਜ ਜੀ ਇਹ ਨਹੀਂ ਪਏ ਕਹਿੰਦੇ ਮੈਂ ਮੀਂਹ ਪਾਉਣਾ, ਪਾਤਸ਼ਾਹ ਕਹਿੰਦੇ ਕਰਤਾਰ ਨੇ ਪਾਉਣਾ, ਜਿਹੜਾ ਵੇਖਿਆ ਨਹੀਂ ਜਾਂਦਾ। ਬਸ ਉਹਦਾ ਭਜਨ ਕਰੀਏ ਤੇ ਕਾਮਨਾ ਪੂਰੀ ਹੋ ਜਾਂਦੀ ਹੈ। ਉਹ ਜਾਗਣ ਲਾਣੀ ਸੀ ਇਹਨਾਂ ਨੂੰ, ਉਹ ਚੇਤਨਾ ਜਗਾਣੀ ਸੀ ਨਾ ਅੰਦਰ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਬਿਨਾਸ ਹੈ ਪੁਰਨ ਹੈ ਸਰਬ ਮੈਂ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਸਦਾ ਬਵੇਤ ਹੈ ਅਪਰੰਪਰ ਹਰ ਹਰੇ ਕੀ ਹੋਣਹਾਰ ਹੈ ਸੰਤਹ ਕੈ ਸਦਾ ਸੰਗ ਹਾਰਾ ਆਧਾਰ ਹੈ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜਾ ਨਾਮ ਦਾਨ ਕੋਹੀ ਹੈ ਪਰੋ ਆਏ ਪ੍ਰਭ ਸ਼ਰਣਾਗਤੀ ਮਾਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਕਿਉ ਤੇ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਬੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਹਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਬੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਹਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ, ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਕੱਲ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਕੱਲ ਸਵੇਰੇ 9 ਵਜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਔਰ ਨਾਨਕਸਰ ਕੁਟੀਆ ਤ੍ਰਿਪੜੀ ਵਿਖੇ ਕੱਲ ਸਵੇਰੇ 9 ਤੋਂ 11 ਵਜੇ ਤੱਕ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੁਖਮਣੀ ਸਾਹਿਬ ਦੇ ਜਾਪ ਹੋਣਗੇ। ਆਪ ਜੀ ਨੇ ਅਖੰਡ ਪਾਠਾਂ ਦੇ ਭੋਗਾਂ ਵਿੱਚ ਔਰ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚ ਨਾਨਕ ਹੋਸੀ ਸੱਚ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਗੁਰੂ ਦੰਡੋਤ ਬੰਧਨ ਅਨਕ ਬਾ सर्व कला समृद्ध